जी जी। जो सवाल उठ रहे हैं, साबका कैबिनेट मंत्री नवजोत सिद्धू का भी इस तरह का एक मिलता जुलता कमेंट आया है। ਇਹ ਕਿਹਾ ਜਾ ਰਿਹਾ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਚੁਣੌਤੀ ਨਹੀਂ ਦਿੱਤੀ ਜਾਂਦੀ, ਤਾਂ ਜਿਹੜਾ ਇਹ ਅਦਾਲਤੀ ਫੈਸਲਾ ਆਇਆ ਹੈ ਤੇ ਨਵੇਂ ਸਿਰੇ ਤੋਂ ਜਦੋਂ ਜਾਂਚ ਹੋਏਗੀ ਤਾਂ ਜਿਹੜੇ ਪਹਿਲਾਂ ਜਿਹੜੇ ਦੋਸ਼ੀਆਂ ਦੇ ਕੋਈ ਨਾਂ ਆਏ ਹੈ, ਜਿਨ੍ਹਾਂ ਬਾਰੇ ਚਰਚਾ ਹੋਈ ਹੈ, ਕੀ ਪੋਸੀਬਲ ਹੈਗਾ ਕਿ ਨਵੀਂ ਜਿਹੜੀ ਸਿੱਟ ਬਣੇਗੀ ਉਹਦੀ ਵੀ ਹਿੰਮਤ ਪਏਗੀ ਕਿ ਉਹਨਾਂ ਦੇ ਬਾਰੇ 'ਚ ਕੋਈ ਉਹਨਾਂ ਨੂੰ ਹੱਥ ਪਾ ਸਕਣਗੇ? ਸਰ ਮਤਲਬ ਇਹ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਜੱਜ ਸਾਹਿਬ ਨੇ ਇਹ ਜੱਜਮੈਂਟ ਦੇ ਵਿੱਚ ਇਦਾਂ ਦੇ ਕਮੈਂਟਸ ਕੀਤੇ ਨੇ ਜਿਹੜਾ ਐਵੀਡੈਂਸ ਹੈਗਾ। ਜਿਵੇਂ ਹੁਣ ਉਹ ਗੱਲ ਕਰਦੇ ਨੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੱਲਬਾਤ ਕੀਤੀ ਹੈਗੀ ਹੈ, ਟੈਲੀਫੋਨ ਤੇ ਗੱਲ ਕੀਤੀ ਹੈ, ਉਹਦੇ ਕਮੈਂਟਸ ਫਾਈਂਡਿੰਗ ਇਹ ਨੇ ਕਿ ਇਹ ਤਾਂ ਮੁੱਖ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹ ਜ਼ਿੰਮੇਵਾਰੀ ਨਿਭਾ ਕੇ ਉਹਨਾਂ ਨੇ ਪੋਜ਼ਿਟਿਵਲੀ ਲਿਆ ਇਹਨੂੰ, ਜਿਹੜੇ ਟੈਲੀਫੋਨ ਕਾਲਸ ਹੋਈਆਂ ਨੇ। ਅਗਰ ਕੋਰਟ ਇਹ ਗੱਲ ਕਹਿੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਆਦੀ ਹੈ ਆਪਣੀ ਅਫੀਸ਼ੀਅਲ ਪੋਜੀਸ਼ਨ ਮਿਸਯੂਜ਼ ਕਰਨ ਦਾ, ਤਾਂ ਕੋਰਟ ਨੇ ਉੱਥੇ ਕਿੰਨੇ ਤਰਕ ਦਿੱਤੇ ਨੇ ਕਿ ਕਿਸ ਤਰ੍ਹਾਂ ਇਹਨੇ ਛੁੱਟੀ ਵਾਲੇ ਦਿਨ ਇੱਕ ਮੈਜਿਸਟ੍ਰੇਟ ਦੇ ਅਕਿਊਜ਼ ਨੂੰ ਜਾਣਬੁੱਝ ਕੇ ਪੇਸ਼ ਕੀਤਾ, ਬਾਅਦ ਦੇ ਵਿੱਚ ਇੱਕ ਐਡਮਿਨਿਸਟ੍ਰੇਟਿਵ ਸਾਈਟ ਤੇ ਚਿੱਠੀ ਲਿਖੀ ਕਿ ਜੀ ਇਹ ਬਾਦਲਾਂ ਦਾ ਰਿਸ਼ਤੇਦਾਰ ਹੈ। ਕੋਰਟ ਬੇਸਿਕਲੀ ਉਹ ਐਫਆਈਆਰ ਨੂੰ ਲੈ ਕੇ ਚੱਲੀ ਹੈ 192 ਔਰ 129। ਇਸ ਤੋਂ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਕ੍ਰਿਲ ਦੇ ਇਸ਼ੂ ਤੇ ਐਫਆਈਆਰ ਸੀ, ਕੋਰਟ ਨੇ ਉਹਨਾਂ ਨੂੰ ਟੱਚ ਨਹੀਂ ਕੀਤਾ। ਬਹੁਤ ਘੱਟ ਇਹੋ ਜਿਹੇ ਅਦਾਲਤੀ ਫੈਸਲੇ ਆਏ ਹੋਣਗੇ ਜਦੋਂ ਕਿਸੇ ਜਿਹੜੀ ਜਾਂਚ ਰਿਪੋਰਟ ਜਾਂ ਸਿੱਟ ਦੀ ਜਿਹੜੀ ਟੀਮ ਦੇ ਫੈਸਲੇ ਹੈ, ਉਹਨਾਂ ਫੈਸਲਿਆਂ ਨੂੰ ਅਦਾਲਤ ਨੇ ਇੱਕ ਨਵਾਂ ਮੋੜ ਦੇ ਦਿੱਤਾ ਹੋਏ। ਕੁੰਵਰ ਵਿਜੇ ਪ੍ਰਤਾਪ ਜਿਹੜਾ ਹੈਗਾ, ਇਹਦਾ ਸਾਰਾ ਜ਼ੋਰ ਇਹਦਾ ਪੋਲੀਟੀਕਲ ਏਜੰਡਾ ਐਡਵਾਂਸ ਕਰ ਰਿਹਾ ਸੀ। ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ, ਇਹ ਸਿੱਧੂ ਸਾਹਿਬ ਇੱਕ ਸਿੱਧਾ ਕੇਸ ਸੀ ਕੋਟਕਪੂਰਾ ਫਾਇਰਿੰਗ ਦਾ, ਜਿੱਥੇ ਅਜੀਤ ਸਿੰਘ ਨਾਮ ਦੇ ਬੰਦੇ ਦੇ ਪੱਟ ਦੇ ਵਿੱਚੋਂ ਗੋਲੀ ਲੱਗੀ ਹੈ। 307 ਦਾ ਇਹ ਮੈਟਰ ਸੀਗਾ। 307 ਦੇ ਮੈਟਰ ਦੇ ਵਿੱਚ ਫੈਂਟਸੀ ਦੇਖੋ ਇਹਦੀ। ਅਕਸ਼ੇ ਕੁਮਾਰ ਨੂੰ ਇਹਨੇ ਬੁਲਾਇਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਅਕਸ਼ੇ ਕੁਮਾਰ ਨੂੰ ਇਹ ਪਹਿਲੀ ਉਹ ਮਾਫੀਆ ਮੂਫੀਆਂ ਨਾਲ ਜੋੜਦੇ ਨੇ ਕੀ 4 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਮੀਟਿੰਗ ਆਫ ਮਾਈਂਡ ਕਿਸੇ ਬੰਦੇ ਦੀ ਹੋ ਸਕਦੀ ਹੈ? ਬੇਸਿਕ ਇਨਵੈਸਟੀਗੇਸ਼ਨ ਹੈ। ਕੋਰਟ ਨੇ ਜਦੋਂ ਇਨਵੈਸਟੀਗੇਸ਼ਨ ਮਜਬੂਰੀ ਵਿੱਚ ਰੱਦ ਕਰਨੀ ਪੈ ਰਹੀ ਹੈ, ਜਾਂ ਕੋਰਟ ਨੇ ਜਦੋਂ ਲਿਖਣਾ ਪੈ ਰਿਹਾ ਹੈ ਕਿ ਇਸ ਇਨਵੈਸਟੀਗੇਸ਼ਨ ਵਿੱਚ ਕੀ ਕੁਤਾਹੀਆਂ ਹੋਈਆਂ ਨੇ, ਕੋਰਟ ਨੂੰ ਬਹੁਤ ਅਨਫੋਰਚੂਨੇਟ ਸਰਕਮਸਟੈਂਸਿਸ ਦੇਖਣੇ ਪਏ ਨੇ ਕਿ ਇਨਵੈਸਟੀਗੇਟਰ ਜਿਹੜਾ ਹੈਗਾ ਉਹਨੇ ਪਹਿਲਾਂ ਕਿਵੇਂ ਤੇ ਸਾਰੀ ਪਾਵਰ ਆਪ ਯੂਸਰਪ ਕਰ ਲਈ, ਕਿਵੇਂ ਉਹ ਡੀ ਫੈਕਟੋ ਇਨਵੈਸਟੀਗੇਟਰ ਬਣਿਆ ਜਦੋਂ ਕਿ ਉਹ ਹਾਇਰਾਰਕੀ ਦੇ ਵਿੱਚ ਨੰਬਰ 3 ਤੇ ਸੀ, ਕਿਵੇਂ ਬਾਅਦ ਚ ਉਹਨੂੰ ਡੀ ਜਿਓਰ ਇਨਵੈਸਟੀਗੇਟਰ ਬਣਾਇਆ ਗਿਆ, ਔਰ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਆਲੇ ਦੁਆਲੇ ਘੁੰਮਦੀ ਰਹੀ। ਕਰਦੇ ਜੱਜਮੈਂਟ ਦੇ ਵਿੱਚ ਇੰਨੀ ਬਰੀਕੀ ਨਾਲ, ਇੰਨੀ ਡੂੰਘਾਈ ਨਾਲ ਜਿਹੜਾ ਐਵੀਡੈਂਸ, ਜਿਹੜਾ ਮਟੀਰੀਅਲ ਹੈਗਾ ਉਹ ਡਿਸਕਸ ਕੀਤਾ, ਥ੍ਰੈਡਬੇਅਰ ਡਿਸਕਸ ਕੀਤਾ, ਉਹਦੇ ਤੇ ਟਿੱਪਣੀਆਂ ਕੀਤੀਆਂ। ਅਗਰ ਉਹ ਟਿੱਪਣੀਆਂ ਰਿਕਾਰਡ ਤੇ ਰਹਿ ਜਾਂਦੀਆਂ ਨੇ, ਅਗਰ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਸੁਪਰੀਮ ਕੋਰਟ ਨਹੀਂ ਤੋੜਦੀ, ਤਾਂ ਤੁਸੀਂ ਅੱਜ ਮੇਰੇ ਤੋਂ ਲਿਖਾ ਕੇ ਲੈ ਲਓ, ਕਿਸੇ ਵੀ ਹੋਰ ਕੇਸ ਦੇ ਵਿੱਚ ਕੋਈ ਹੇਠਲੀ ਅਦਾਲਤ ਦਾ ਹੌਸਲਾ ਨਹੀਂ ਪਏਗਾ ਕਿਸੇ ਮੁਲਜ਼ਮ ਨੂੰ, ਚਾਹੇ ਉਹ ਪੁਲਿਸ ਵਾਲਾ ਹੋਵੇ, ਚਾਹੇ ਉਹ ਪੋਲੀਟੀਸ਼ੀਅਨ ਹੋਵੇ, ਜਿਹੜਾ ਵੀ ਕੋਈ ਦੋਸ਼ੀ ਅੱਗੇ ਤਫਤੀਸ਼ ਦੇ ਵਿੱਚ ਕੋਈ ਆਏਗਾ, ਸਜ਼ਾ ਨਹੀਂ ਕਰ ਸਕੇਗੀ ਉਹਨੂੰ। ਜੇ ਕਿਸੇ ਬੰਦੇ ਨੇ ਇਹ 89 ਪੇਜਿਸ ਦੀ ਜਜਮੈਂਟ ਨੂੰ ਪੜ੍ਹਿਆ ਤਾਂ ਤੁਸੀਂ ਦੇਖੋਗੇ ਕਿ ਅਗਰ ਕੋਰਟ ਨੇ ਕੋਈ ਇਨਫਰੈਂਸ ਡਰਾ ਕੀਤਾ, ਕੋਈ ਆਬਜ਼ਰਵੇਸ਼ਨ ਦਿੱਤੀ ਹੈ, ਤਾਂ ਉਹਦੇ 2-2 3-3 ਨਾਲ ਉਹਦੇ ਰੀਜ਼ਨ ਦਿੱਤੇ ਨੇ ਕਿ ਇਨਫਰੈਂਸ ਇਹ ਆਬਜ਼ਰਵੇਸ਼ਨ ਕਿਉਂ ਆ ਰਹੀ ਹੈ। ਕਾਨੂੰਨੀ ਤੌਰ ਤੇ ਬਿਲਕੁਲ ਗਲਤ ਫੈਸਲਾ ਹੈ ਜੀ ਇਹ, ਤੇ ਇਹ ਕਹਿਣ ਦਾ ਸਾਨੂੰ ਕਾਨੂੰਨੀ ਹੱਕ ਵੀ ਹੈਗਾ। ਹਾਲਾਂਕਿ ਮੈਂ ਕੋਈ ਕਿਸੇ ਕਿਸਮ ਦਾ ਮਾਨਯੋਗ ਹਾਈ ਕੋਰਟ ਤੇ ਜਾਂ ਮਾਨਯੋਗ ਜੱਜ ਸਾਹਿਬ ਤੇ ਕੋਈ ਜਾਤੀ ਤੌਰ ਤੇ ਕੋਈ ਇਲਜ਼ਾਮ ਨਹੀਂ ਲਗਾ ਰਿਹਾ, ਕੋਈ ਵੈਲਾਫਾਈਡ ਕਿਸੇ ਕਿਸਮ ਦੀ ਜਾਂ ਕੋਈ ਇਲਜ਼ਾਮ ਲਗਾਉਣ ਨਹੀਂ ਲਗਾ ਰਿਹਾ, ਲੇਕਿਨ ਮੈਂ ਕਾਨੂੰਨੀ ਤੌਰ ਤੇ ਕਹਿ ਰਿਹਾ ਕਿ ਲੀਗਲੀ ਇਹ ਫੈਸਲਾ ਬਿਲਕੁਲ ਗਲਤ ਹੈਗਾ। ਇਹ ਇਨਵੈਸਟੀਗੇਸ਼ਨ ਇਹਦੀ ਨਾਸੂਰ ਬਣਾ ਦਿੱਤਾ, ਇਹਨੇ ਇੱਕ ਬਹੁਤ ਧਾਰਮਿਕ ਨੂੰ ਨਾਸੂਰ ਬਣਾ ਦਿੱਤਾ, ਦਲਦਲ ਬਣਾ ਦਿੱਤਾ, ਔਰ ਇਹ ਪੋਲੀਟੀਕਲ ਹੌਰਸ ਹੈ। ਇਹ ਇਲੈਕਸ਼ਨ ਦੇ ਟਾਈਮ ਦੇ ਵਿੱਚ ਹੀ ਕਿਉਂ ਬਾਹਰ ਨਿਕਲਦਾ ਹੈ? ਇਲੈਕਸ਼ਨ ਦੇ ਟਾਈਮ ਇੱਕ ਸਿੰਗਲ ਚੈਨਲ ਨੂੰ, ਇੱਕ ਆਪਣੇ ਚੂਜ਼ ਕੀਤੇ ਹੋਏ ਰਿਪੋਰਟਰਾਂ ਨੂੰ ਇੱਕ ਪੋਲੀਟੀਕਲ ਪਾਰਟੀ ਨੂੰ ਡੈਮੇਜ ਕਰਨ ਦੀ ਗੱਲ ਕਹਿੰਦਾ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨਾਲ ਜੁੜੀ ਅਹਿਮ ਕੜੀ ਕੋਟਕਪੂਰਾ ਗੋਲੀकांड ਦੀ ਜਿਹੜੀ ਜਾਂਚ ਦਾ ਫੈਸਲਾ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਨਤਕ ਕਰਨ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਹੈ। ਆਪਾਂ ਪਹਿਲਾਂ ਵੀ ਇਸ ਅਹਿਮ ਤੇ ਨਾਜ਼ੁਕ ਮੁੱਦੇ ਤੇ ਲਗਾਤਾਰ ਇੱਕ ਹਫ਼ਤਾ ਆਪਣੀ ਬਹਿਸ ਦਾ ਕੇਂਦਰ ਬਿੰਦੂ ਬਣਾਇਆ। ਹੋਏ ਵੀ ਕਿਉਂ ਨਾ,
ਦੁਨੀਆ ਭਰ 'ਚ ਬੈਠੇ ਪੰਜਾਬੀਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡਾ ਮੁੱਦਾ ਹੋਰ ਕਿਹੜਾ ਹੋ ਸਕਦਾ ਹੈ। ਅੱਜ ਇਸ ਪੈਨਲ ਤੇ ਆਪਣੇ ਨਾਲ ਸੀਨੀਅਰ ਐਡਵੋਕੇਟਸ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਜਿਹੜੀ ਹਰਿਆਣਾ ਹਾਈ ਕੋਰਟ ਦੀ ਰਿਪੋਰਟ ਆਈ ਹੈ, ਫੈਸਲਾ ਆਇਆ ਹੈ, ਉਸ ਤੋਂ ਬਾਅਦ ਸੀਨੀਅਰ ਐਡਵੋਕੇਟਸ ਦੀ ਇਹ ਪਹਿਲੀ ਬਹਿਸ ਹੈ, ਜਿਹਦੇ ਚ ਕਮਲਜੀਤ ਸਿੰਘ ਜੀ ਡੈਜ਼ਿਗਨੇਟਡ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਸਰਜੀਤ ਸਿੰਘ ਸਵੈਜ ਜੀ ਸੀਨੀਅਰ ਐਡਵੋਕੇਟ ਦਹਾਨੀ, ਨਾਲ ਹੀ ਪੰਜਾਬ ਕਾਂਗਰਸ ਦੇ ਬੁਲਾਰੇ ਨੇ, ਅਰਸ਼ਦੀਪ ਸਿੰਘ ਕਲੇਰ ਨੌਜਵਾਨ ਐਡਵੋਕੇਟ ਨੇ ਤੇ ਅਕਾਲੀ ਦਲ ਦੇ ਬੁਲਾਰੇ ਨੇ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਕਮਲਜੀਤ ਜੀ, ਪਹਿਲਾ ਸਵਾਲ ਮੈਂ ਤੁਹਾਡੇ ਲਈ ਕਰਨ ਲੱਗਿਆ ਹਾਂ। ਜਿਸ ਤਰ੍ਹਾਂ ਆਪਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਨਾਲ ਜਦੋਂ ਜੋੜ ਕੇ ਆਪਾਂ ਸਾਰੀ ਇਸ ਮੰਦਭਾਗੀ ਘਟਨਾ ਨੂੰ ਵੇਖਦੇ ਹਾਂ, ਕਿਵੇਂ ਲੱਗਦਾ ਹੈ ਫੈਸਲਾ? ਕਿਉਂਕਿ ਪੱਤਰਕਾਰ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਆਪਣੇ ਪ੍ਰੋਫੈਸ਼ਨਲ ਕੈਰੀਅਰ 'ਚ ਬਹੁਤ ਘੱਟ ਇਹੋ ਜਿਹੇ ਅਦਾਲਤੀ ਫੈਸਲੇ ਆਏ ਹੋਣਗੇ ਜਦੋਂ ਕਿਸੇ ਜਿਹੜੀ ਜਾਂਚ ਰਿਪੋਰਟ ਜਾਂ ਸਿੱਟ ਦੀ ਜਿਹੜੀ ਟੀਮ ਦੇ ਫੈਸਲੇ ਹੈ, ਉਹਨਾਂ ਫੈਸਲਿਆਂ ਨੂੰ ਅਦਾਲਤ ਨੇ ਇੱਕ ਨਵਾਂ ਮੋੜ ਦੇ ਦਿੱਤਾ ਹੋਏ। ਜੀ ਕਮਲਜੀਤ ਜੀ। ਇਹਦਾ ਕੋਈ ਸ਼ੱਕ ਨਹੀਂ, ਕੋਰਟ ਨਾਰਮਲੀ ਇਨਵੈਸਟੀਗੇਸ਼ਨ ਵਿੱਚ ਤੇ ਚਲਾਨ ਪੇਸ਼ ਹੋਣ ਤੋਂ ਬਾਅਦ ਇੰਟਰਫੀਅਰ ਨਹੀਂ ਕਰਦੀ, ਐਕਸੈਪਟ ਜਿੱਥੇ ਬਹੁਤ ਹੀ ਕੋਈ ਰੇਅਰ ਕੇਸ ਹੋਵੇ। ਸੋ ਇਸ ਕਰਕੇ ਕੋਰਟ ਨੇ ਇਹ ਪੈਰਾਮੀਟਰਸ ਆਪਣੇ ਲਈ ਲੇ ਡਾਊਨ ਕੀਤੇ ਹੋਏ ਨੇ। ਜਿੱਥੋਂ ਤੱਕ ਇਸ ਕੇਸ ਦਾ ਸਵਾਲ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਉਹਨਾਂ ਦੇ ਅੰਗ ਜਿਹੜੇ ਸਾਨੂੰ ਫਟੇ ਹੋਏ ਵੀ ਉੱਥੋਂ ਮਿਲੇ। ਉਸ ਤੋਂ ਬਾਅਦ ਉਸ ਸਮੇਂ 2015 ਦੇ ਵਿੱਚ ਬੜੀਆਂ ਪ੍ਰੋਟੈਸਟ ਹੋਈਆਂ। ਇਹ ਉਹਨਾਂ ਪ੍ਰੋਟੈਸਟ ਦਾ ਹੀ ਇੱਕ ਹਿੱਸਾ ਸੀ ਕਿ FIR ਨੰਬਰ 192 14/10 ਨੂੰ ਰਜਿਸਟਰ ਕੀਤਾ ਗਿਆ ਪੁਲਿਸ ਸਟੇਸ਼ਨ ਕੋਟਕਪੂਰੇ ਦੇ ਵਿੱਚ। ਸਿੱਧੂ ਸਾਹਿਬ 2015 ਦੇ ਉਸ SIT ਦੀ 2015 ਦੇ ਉਸ FIR ਦੀ ਇਨਵੈਸਟੀਗੇਸ਼ਨ ਤੁਸੀਂ ਵੇਖੋ ਵੀ ਕਿੰਨੀ ਦੇਰ ਤੱਕ ਚੱਲਦੀ ਰਹੀ, ਔਰ ਉਹਦੇ ਵਿੱਚ ਵੇਖੋ ਫਿਰ ਆ ਕੇ FIR ਲਿਖਵਾਇਆ ਜਾਂਦਾ 7/8/2018 ਨੂੰ, ਆਲਮੋਸਟ ਸੇਮ ਇਨਸੀਡੈਂਟ ਦਾ। ਤੇ ਉਹਦੇ ਵਿੱਚ FIR ਨੰਬਰ 192 ਦੇ ਵਿੱਚ ਹੁਣ ਇਹ ਇੰਟਰਫੇਰੈਂਸ ਹੋਈ ਹੈ ਕੋਰਟ ਦੀ। ਕੋਰਟ ਬੇਸਿਕਲੀ ਦੋ FIR ਨੂੰ ਲੈ ਕੇ ਚੱਲੀ ਹੈ, 192 ਔਰ 129। ਇਸ ਤੋਂ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਕ੍ਰਿਲ ਦੇ ਇਸ਼ੂਜ਼ ਦੇ FIR ਸੀ, ਕੋਰਟ ਨੇ ਉਹਨਾਂ ਨੂੰ ਟੱਚ ਨਹੀਂ ਕੀਤਾ। ਜਿਹੜਾ ਇਹ ਕੇਸ ਦਾਇਰ ਹੋਇਆ ਸੀ ਪਟੀਸ਼ਨਰ ਦੇ ਵੱਲੋਂ, ਉਹ ਕੇਸ ਐਜ਼ ਅ ਰਿਟ ਪਟੀਸ਼ਨ ਫਾਈਲ ਹੋਈ ਸੀ। ਬਾਕੀ 482 CRPC ਦੇ ਥੱਲੇ ਉਹ ਪਟੀਸ਼ਨਰ ਗਿਆ ਸੀਗਾ। ਇਹ ਰਿਟ ਇਹ ਨਹੀਂ ਹੈ ਕਿ ਕੰਪੀਟੈਂਟ ਨਹੀਂ ਹੈ, ਸੋ ਰਿਟ ਦਾ ਸਕੋਪ ਕੋਰਟ ਦੀ ਹੋਰ ਵੀ ਵਾਈਡ ਹੋ ਜਾਂਦਾ ਹੈ, ਕਿਉਂਕਿ ਕਨਸਟੀਟਿਊਸ਼ਨਲ ਕੋਰਟ ਰਿਟ ਜੁਰਿਸਡਿਕਸ਼ਨ ਦੇ ਵਿੱਚ ਉੱਥੇ ਪਹੁੰਚ ਸਕਦੀ ਹੈ ਜਿੱਥੇ ਕਿਤੇ ਵੀ ਕੋਈ ਅਨਿਆਏ, ਅਤਿਆਚਾਰ, ਕੋਈ ਮਿਸਯੂਜ਼ ਔਰ ਅਬਿਊਜ਼ ਆਫ ਦੀ ਪਾਵਰ ਹੋਵੇ, ਜਿਹੜੇ ਕਿ ਪੈਰਾਮੀਟਰਸ 482 ਤੋਂ ਵੀ ਜ਼ਿਆਦਾ ਨੇ। ਹੁਣ ਇਸ ਦੇ ਵਿੱਚ ਕੋਰਟ ਨੇ ਮੇਰੇ ਹਿਸਾਬ ਦੇ ਨਾਲ ਬਹੁਤ ਵੱਡੀ ਮੈਚੁਰਿਟੀ ਵਿਖਾਈ ਹੈ। ਕੋਰਟ ਨੇ ਜਦੋਂ ਇਨਵੈਸਟੀਗੇਸ਼ਨ ਮਜਬੂਰੀ ਵਿੱਚ ਰੱਦ ਕਰਨੀ ਪੈ ਰਹੀ ਹੈ, ਜਾਂ ਕੋਰਟ ਨੇ ਜਦੋਂ ਇੱਕ ਲਿਖਣਾ ਪੈ ਰਿਹਾ ਹੈ ਕਿ ਇਸ ਇਨਵੈਸਟੀਗੇਸ਼ਨ ਵਿੱਚ ਕੀ ਕੁਤਾਹੀਆਂ ਹੋਈਆਂ ਨੇ, ਕੋਰਟ ਨੂੰ ਬਹੁਤ ਅਨਫੋਰਚੂਨੇਟ ਸਰਕਮਸਟੈਂਸਿਸ ਵੇਖਣੇ ਪਏ ਨੇ ਕਿ ਇਨਵੈਸਟੀਗੇਟਰ ਜਿਹੜਾ ਹੈਗਾ ਉਹਨੇ ਪਹਿਲਾਂ ਕਿਵੇਂ ਤੇ ਸਾਰੀ ਪਾਵਰ ਆਪ ਯੂਸਰਪ ਕਰ ਲਈ, ਕਿਵੇਂ ਉਹ ਡੀ ਫੈਕਟੋ ਇਨਵੈਸਟੀਗੇਟਰ ਬਣਿਆ ਜਦੋਂ ਕਿ ਉਹ ਹਾਇਰਾਰਕੀ ਦੇ ਵਿੱਚ ਸਿੱਟ ਨੰਬਰ 3 ਤੇ ਸੀ, ਕਿਵੇਂ ਬਾਅਦ ਚ ਉਹਨੂੰ ਡੀ ਜਿਓਰ ਇਨਵੈਸਟੀਗੇਟਰ ਬਣਾਇਆ ਗਿਆ, ਔਰ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਆਲੇ ਦੁਆਲੇ ਘੁੰਮਦੀ ਰਹੀ। ਔਰ ਫਿਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਇਨਵੈਸਟੀਗੇਸ਼ਨ ਦੇ ਵਿੱਚ, ਦੇਖੋ ਕਾਨੂੰਨ ਦੇ ਵਿੱਚ ਇਹ ਪ੍ਰਿਸਕ੍ਰਾਈਬਡ ਹੈ, CRPC ਦੇ ਸੈਕਸ਼ਨ 173 ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਜੇ ਕੋਈ ਸੰਗੀਨ ਇੰਸਟੈਂਸ ਹੋਵੇ ਕਮਿਊਨਿਜ਼ੇਬਲ ਤੇ ਇਹਦੀ ਇਨਵੈਸਟੀਗੇਸ਼ਨ ਵਿਦਆਊਟ ਡਿਲੇ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤੇ ਆਲਰੇਡੀ ਇੰਨੀ ਜ਼ਿਆਦਾ ਡਿਲੇ ਸੀਗੀ। ਦੂਜੀ ਗੱਲ, ਜਦੋਂ ਦੀਆਂ ਇਹ ਇਨਵੈਸਟੀਗੇਟਿੰਗ ਏਜੰਸੀਜ਼ ਦੇ ਆਈਆਂ ਵਿੱਚ SIT ਕਨਸਟੀਟਿਊਟ ਹੋਈਆਂ, ਮੈਂ ਇਸ ਮੁੱਦੇ ਦੇ ਵਿੱਚ ਮੈਂ ਜਾਣ ਕੇ ਉਸ ਪਾਸੇ ਨਹੀਂ ਜਾ ਰਿਹਾ ਕਿ ਪਹਿਲਾਂ CBI ਨੂੰ ਦਿੱਤੀ ਗਈ, CBI ਤੋਂ ਬਾਅਦ ਪੰਜਾਬ ਲੈਜਿਸਲੇਟਿਵ ਅਸੈਂਬਲੀ ਰੈਜ਼ੋਲੂਸ਼ਨ ਪਾਸ ਕਰਕੇ ਫਿਰ ਸਰਕਾਰ ਨੇ ਆਪਣੇ ਹੱਥੇ ਲਈ, ਉਹ ਇੱਕ ਸੈਪਰੇਟ ਮੁੱਦਾ ਹੈ। ਮੈਂ ਸਿਰਫ ਇਸ ਮੁੱਦੇ ਤੇ ਆਪਣਾ ਕੰਸੈਂਟਰੇਟ ਕਰ ਰਿਹਾ ਕਿ ਕੋਰਟ ਨੇ ਇਨਵੈਸਟੀਗੇਸ਼ਨ ਦੇ ਹੋਣ ਦੇ ਬਾਵਜੂਦ ਵੀ, ਚਲਾਨ ਪੇਸ਼ ਹੋਣ ਦੇ ਬਾਵਜੂਦ ਵੀ ਇਹੋ ਜਿਹੀ ਮਜਬੂਰੀਆਂ ਵੇਖੀਆਂ ਜਿਹਦੇ ਨਾਲ ਕੋਰਟ ਨੂੰ ਇਹ ਮਹਿਸੂਸ ਹੋਇਆ
ਕਿ ਇਹਦਾ ਮੈਂਟਲੀ ਇਨਵੈਸਟੀਗੇਸ਼ਨ ਗਲਤ ਹੈ ਔਰ ਕੋਰਟ ਨੇ ਇਹਦੇ ਵਿੱਚ ਇਨਵੈਸਟੀਗੇਟਰ ਦਾ ਮੈਲਿਸ ਦੇਖਿਆ, ਕੋਰਟ ਨੇ ਇਹਦੇ ਵਿੱਚ ਇਨਵੈਸਟੀਗੇਟਰ ਦੇ ਪੋਲੀਟੀਕਲ ਡਿਜ਼ਾਈਨ ਦੇਖੇ ਨੇ, ਕੋਰਟ ਨੇ ਇਹਦੇ ਵਿੱਚ ਇਨਵੈਸਟੀਗੇਟਰ ਦਾ ਕੰਡਕਟ ਦੇਖਿਆ ਹੈ। ਇਹ ਸਾਰਾ ਕੁਝ ਵੇਖਦੇ ਹੋਏ ਬੜੇ ਵੱਡਾ ਮੈਚੁਰਿਟੀ ਵਿਖਾਈ ਹੈ ਕੋਰਟ ਨੇ। ਜੋ ਪ੍ਰੇਅਰ ਕੀਤੀ ਗਈ ਸੀ ਰਿਟੀਸ਼ਨ ਵਿੱਚ ਉਹ ਤਾਂ ਸੀ ਜੀ FIR 129 ਨੂੰ ਕੁਆਸ਼ ਕੀਤਾ ਜਾਵੇ, ਕੋਰਟ ਨੇ FIR 129 ਕੁਆਸ਼ ਨਹੀਂ ਕੀਤਾ। ਕੋਰਟ ਨੇ ਸਗੋਂ ਇੱਕ ਸਿਟ ਕਿਵੇਂ ਕਨਸਟੀਟਿਊਟ ਹੋਵੇ, ਸਿਟ ਉਹ ਕਿਹੜੇ ਆਫੀਸਰ ਸੀਨੀਅਰ ਆਫੀਸਰ ਦੀ ਹੋਣੀ ਚਾਹੀਦੀ ਹੈ, ਉਹ ਸਿਟ ਦੇ ਕਿੰਨੀ ਜਲਦੀ ਤੋਂ ਜਲਦੀ ਉਹਦਾ ਵਿੱਚ ਇਨਵੈਸਟੀਗੇਟ ਕਰਨਾ ਹੈ, ਕੋਰਟ ਨੇ ਸਗੋਂ ਇਹ ਡਾਇਰੈਕਸ਼ਨਸ ਦਿੱਤੀਆਂ। ਔਰ ਮੈਂ ਇਸ ਦੇ ਵਿੱਚ ਵੀ ਨਾ ਜਾਂਦਾ ਹੋਇਆ ਕਿਉਂਕਿ ਇਨਵੈਸਟੀਗੇਟਰ ਆਪਣੇ ਵੱਲੋਂ ਸਰਕਾਰ ਨੇ ਸ਼ਾਇਦ ਬਹੁਤ ਸੀਨੀਅਰ ਪੁਲਿਸ ਆਫੀਸਰ ਲਗਾਇਆ ਸੀ, ਸ਼ਾਇਦ ਇਸ ਤੋਂ ਪਹਿਲਾਂ ਪੁਲਿਸ ਆਫੀਸਰ ਦੇ ਅਗੇਂਸਟ ਅੱਜ ਤੱਕ ਕੋਈ ਐਸੀ ਗੱਲ ਵੀ ਨਹੀਂ ਸੀ, ਪਰ ਜਿੰਨੇ ਫੈਕਟਸ ਇਸ 99 ਪੇਜ ਦੀ ਜੱਜਮੈਂਟ ਦੇ ਵਿੱਚ ਕੋਰਟ ਨੇ ਉਸ ਇਨਵੈਸਟੀਗੇਟਰਸ ਬਾਰੇ ਲਿਖੇ ਨੇ, ਹਾਈਲਾਈਟ ਕੀਤੇ ਨੇ ਔਰ ਉਹਨੂੰ ਡਾਕੂਮੈਂਟਰੀ ਪ੍ਰੂਵ ਕਰਨ ਦੀ ਕੋਈ ਮੇਰਾ ਖਿਆਲ ਹੈ ਬਹੁਤ ਵੱਡਾ ਫੈਸਲਾ ਹੈ। ਔਰ ਮੇਰਾ ਖਿਆਲ ਹੈ ਕਿ ਰਿਟ ਕੋਰਟ ਨੂੰ ਇਹ ਫੈਸਲੇ ਦੇਣੇ ਚਾਹੀਦੇ ਨੇ ਤਾਂ ਕਿ ਹੁਣ ਇਸ ਵੇਲੇ ਤਾਂ ਇਹ ਥੋੜਾ ਜਿਹਾ ਪੋਲੀਟੀਕਲ ਐਂਗਲ ਲੈ ਗਿਆ, ਪਰ ਇੱਕ ਆਮ ਆਦਮੀ ਨੂੰ ਵੀ ਆਪਣੇ ਕਿਸੇ ਕੇਸ ਵਿੱਚ ਵੀ ਇਹਨਾਂ ਫੈਸਲਿਆਂ ਤੋਂ ਬਹੁਤ ਮਦਦ ਮਿਲੇਗੀ ਕਿ ਇਨਵੈਸਟੀਗੇਸ਼ਨ ਕਿਵੇਂ ਫੇਅਰਲੀ ਹੋਣੀ ਚਾਹੀਦੀ ਹੈ। ਓਕੇ, ਥੈਂਕ ਯੂ ਸਰ। ਮੈਂ ਵਾਪਸ ਆਵਾਂਗੇ ਇਸ ਮੁੱਦੇ ਤੇ। ਬਹੁਤ ਵੱਡਾ ਸਵਾਲ ਤੁਸੀਂ ਛੱਡ ਕੇ ਜਾ ਰਹੇ ਹੋ ਸੋਹਲ ਸਾਹਿਬ। ਇਸੇ ਮੁੱਦੇ ਤੇ ਜੋ ਗੱਲ ਕਮਲਜੀਤ ਜੀ ਨੇ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ, ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਮੁਤਾਬਕ ਬਹੁਤ ਵੱਡਾ ਸਵਾਲ ਕੁੰਵਰ ਵਿਜੇ ਪ੍ਰਤਾਪ ਜਿਹੜਾ ਸਿੱਟ ਦਾ ਇੱਕ ਖਾਸ ਅਧਿਕਾਰੀ ਸੀ ਕਿ ਕਿਵੇਂ ਉਹਦੇ ਬਾਰੇ ਕਿਹਾ ਗਿਆ ਹੈ ਕਿ ਇਮਾਨਦਾਰੀ ਨੂੰ ਜਿਹੜੀ ਜਾਂਚ ਸੀ ਉਹਦੇ 'ਚ ਖਰਾਬਾ ਆਇਆ, ਕਿਸ ਤਰ੍ਹਾਂ ਦੇ ਲਫ਼ਜ਼ ਉਹਦੇ ਬਾਰੇ ਵਰਤੇ ਗਏ ਹੈ ਕਿ ਰਾਜਨੀਤਿਕ ਘੋੜਾ ਹੈ। ਇਹ ਸਾਰੇ ਮੁੱਦੇ ਤੇ ਤੁਸੀਂ ਕਿਵੇਂ ਦੇਖਦੇ ਹੋ ਜੋ ਇੱਕ ਬਹੁਤ ਹੀ ਵੱਡਾ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨਾਲ ਜੁੜਿਆ ਹੋਇਆ ਮੁੱਦਾ, ਜਿੱਥੇ ਇਨਸਾਫ ਦੀ ਨਿਆਂ ਦੀ ਤਵੱਕੋਂ ਕੀਤੀ ਜਾ ਰਹੀ ਸੀ, ਦੂਜੇ ਪਾਸੇ ਅਦਾਲਤ ਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਉਸ ਸਿੱਟ ਦੇ ਉੱਤੇ ਤੇ ਨਵੇਂ ਸਿਰੇ ਤੋਂ ਸਾਰਾ ਕੁਝ ਆਪਣੇ ਸਾਹਮਣੇ ਹੈ। ਜੀ ਸਵੈ ਸਾਹਿਬ। ਦੇਖੋ, ਮੈਂ ਤਾਂ ਪਹਿਲੀ ਸਿੱਟੇ ਕਵਾਂਗਾ ਜੀ ਫੈਸਲਾ ਗਲਤ ਹੈ, ਕਾਨੂੰਨੀ ਤੌਰ ਤੇ ਬਿਲਕੁਲ ਗਲਤ ਫੈਸਲਾ ਹੈ ਜੀ ਇਹ, ਤੇ ਇਹ ਕਹਿਣ ਦਾ ਸਾਨੂੰ ਕਾਨੂੰਨੀ ਹੱਕ ਵੀ ਹੈਗਾ। ਹਾਲਾਂਕਿ ਮੈਂ ਕੋਈ ਕਿਸੇ ਕਿਸਮ ਦਾ ਮਾਨਯੋਗ ਹਾਈ ਕੋਰਟ ਤੇ ਜਾਂ ਮਾਨਯੋਗ ਜੱਜ ਸਾਹਿਬ ਤੇ ਕੋਈ ਜਾਤੀ ਤੌਰ ਤੇ ਕੋਈ ਇਲਜ਼ਾਮ ਨਹੀਂ ਲਗਾ ਰਿਹਾ, ਕੋਈ ਵੈਲਾਫਾਈਡੀ ਕਿਸੇ ਕਿਸਮ ਦੀ ਜਾਂ ਕੋਈ ਇਲਜ਼ਾਮ ਲਗਾਉਣ ਨਹੀਂ ਲਗਾ ਰਿਹਾ, ਲੇਕਿਨ ਮੈਂ ਕਾਨੂੰਨੀ ਤੌਰ ਤੇ ਕਹਿ ਰਿਹਾ ਕਿ ਲੀਗਲੀ ਇਹ ਫੈਸਲਾ ਬਿਲਕੁਲ ਗਲਤ ਹੈਗਾ। ਉਹਦੇ ਕਾਰਨ ਇਹ ਨੇ ਜੀ ਕਿ ਮਾਨਯੋਗ ਜੱਜ ਸਾਹਿਬਾਨ ਨੇ, ਮਾਨਯੋਗ ਹਾਈ ਕੋਰਟ ਨੇ ਜਿਹੜੀ ਗੱਲ ਸ਼ੁਰੂ ਦੇ ਵਿੱਚ ਫੈਸਲੇ 'ਚ ਲਿਖੀ ਹੈਗੀ ਹੈ ਕਿ ਕਿਉਂਕਿ ਇਹ ਜਿਹੜਾ ਪਟੀਸ਼ਨਾਂ ਸੀਗੀਆਂ, ਕੇਸ ਸੀਗੇ, ਇਹ SHO ਵੱਲੋਂ ਪਾਏ ਹੋਏ ਤੇ ਇੱਕ ਹੈੱਡ ਕਾਂਸਟੇਬਲ ਵੱਲੋਂ ਪਾਇਆ ਗਿਆ ਸੀਗਾ, ਜਿਹੜੇ ਮੁਲਜ਼ਮ ਸੀਗੇ ਨਾ ਕੇਸਾਂ ਦੇ ਵਿੱਚ, ਕੋਟਕਪੂਰਾ ਦੀ ਫਾਇਰਿੰਗ ਦੇ ਮੁਤਲਕ ਸੀਗਾ ਕੇਸ। ਇਹ ਸਿਰਫ ਇੱਕ FIR ਦਾ ਜੋ ਦੇ ਵਿੱਚ ਦੂਜੀ FIR ਹੋਈ ਹੈਗੀ ਹੈ। ਇਸ ਜੱਜਮੈਂਟ ਦੇ ਵਿੱਚ ਸ਼ੁਰੂ ਤੋਂ ਮਾਨ ਜੱਜ ਸਾਹਿਬ ਨੇ ਲਿਖਿਆ ਹੈ ਕਿ ਮੈਂ ਬਾਕੀ ਜਿਹੜੇ 7 ਹੋਰ ਕੇਸ ਨੇ, ਜਿਵੇਂ ਬਹਿਬਲ ਕਲਾਂ ਦੀ ਗੋਲੀ ਕਾਂਡ ਹੈਗਾ ਜਾਂ ਉਸ ਤੋਂ ਪਹਿਲਾਂ ਬੇਅਦਬੀਆਂ ਦੇ ਕੇਸ ਨੇ, ਮੈਂ ਉਹਨਾਂ ਬਾਰੇ ਨਹੀਂ ਗੱਲ ਕਰਾਂਗਾ ਕਿਉਂਕਿ ਜਿਹੜਾ ਮੌਜੂਦਾ ਕੇਸ ਹੈਗਾ ਸਿਰਫ ਕੋਟਕਪੂਰਾ ਦੀ ਫਾਇਰਿੰਗ ਬਾਰੇ ਹੈਗਾ, ਤੇ ਉਹਨਾਂ ਬਾਰੇ ਜੇ ਗੱਲ ਕਰਨੀ ਪਈ ਤਾਂ ਕੋਈ ਜਸਟ ਪਾਸਿੰਗ ਰੈਫਰੈਂਸ ਜਾਂ ਮਾੜੀ ਮੋਟੀ ਗੱਲ ਕਰਾਂਗਾ। ਲੇਕਿਨ ਕਰਦੇ ਜੱਜਮੈਂਟ ਦੇ ਵਿੱਚ ਇੰਨੀ ਬਰੀਕੀ ਨਾਲ, ਇੰਨੀ ਡੂੰਘਾਈ ਨਾਲ ਜਿਹੜਾ ਐਵੀਡੈਂਸ, ਜਿਹੜਾ ਮਟੀਰੀਅਲ ਹੈਗਾ ਉਹ ਡਿਸਕਸ ਕੀਤਾ, ਥ੍ਰੈਡ ਬੇਅਰ ਡਿਸਕਸ ਕੀਤਾ, ਉਹਦੇ ਤੇ ਟਿੱਪਣੀਆਂ ਕੀਤੀਆਂ। ਅਗਰ ਉਹ ਟਿੱਪਣੀਆਂ ਰਿਕਾਰਡ ਤੇ ਰਹਿ ਜਾਂਦੀਆਂ ਨੇ, ਅਗਰ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਸੁਪਰੀਮ ਕੋਰਟ ਨਹੀਂ ਤੋੜਦੀ ਤਾਂ ਤੁਸੀਂ ਅੱਜ ਮੇਰੇ ਤੋਂ ਲਿਖਾ ਕੇ ਲੈ ਲਓ, ਕਿਸੇ ਵੀ ਹੋਰ ਕੇਸ ਦੇ ਵਿੱਚ ਕੋਈ ਹੇਠਲੀ ਅਦਾਲਤ ਦਾ ਹੌਸਲਾ ਨਹੀਂ ਪਏਗਾ ਕਿਸੇ ਮੁਲਜ਼ਮ ਨੂੰ, ਚਾਹੇ ਉਹ ਪੁਲਿਸ ਵਾਲਾ ਹੋਵੇ, ਚਾਹੇ ਉਹ ਪੋਲੀਟੀਸ਼ੀਅਨ ਹੋਵੇ, ਜਿਹੜਾ ਵੀ ਕੋਈ ਦੋਸ਼ੀ ਅੱਗੇ ਤਫਤੀਸ਼ ਦੇ ਵਿੱਚ ਕੋਈ ਆਏਗਾ, ਸਜ਼ਾ ਨਹੀਂ ਕਰ ਸਕੇਗੀ ਉਹਨੂੰ, ਕਿਉਂਕਿ ਟਿੱਪਣੀਆਂ ਇੰਨੀਆਂ ਨੇ। ਇਹਨਾਂ ਟਿੱਪਣੀਆਂ ਤੋਂ ਬਾਹਰ ਐਵੀਡੈਂਸ ਤੇ ਮਟੀਰੀਅਲ ਤੇ ਕਿ ਉਹਨਾਂ ਦੀ ਵੈਲਿਊ ਕੀ ਹੈਗੀ ਹੈ ਉਹ ਬਿਲਕੁਲ ਨੇ ਕਿ ਕਿਸੇ ਕੋਰਟ ਦਾ, ਹੇਠਲੀ ਕੋਰਟ ਦਾ ਹੌਸਲਾ ਹੀ ਨਹੀਂ ਪਏਗਾ ਕਿ ਇਹਨਾਂ ਤੋਂ ਬਾਅਦ ਜਿਹੜੀ ਹੈਗੀ ਸਜ਼ਾ ਕੀਤੀ ਜਾ ਸਕੇ। ਬੇਸ਼ੱਕ ਇਹ ਲਿਖਿਆ ਹੁੰਦਾ ਹੈ ਕਿ ਇਹਨਾਂ ਕਮੈਂਟਸ ਦਾ ਉਹਨਾਂ ਤੇ ਅਸਰ ਨਹੀਂ ਹੋਏਗਾ, ਲੇਕਿਨ ਪ੍ਰੈਕਟੀਕਲੀ ਇਹ ਹੁੰਦਾ ਹੈ ਕਿ ਹੇਠਲੀ ਕੋਰਟ ਦਾ ਕੋਈ ਹੌਸਲਾ ਨਹੀਂ ਹੁੰਦਾ ਕਿ ਉਹ ਜਿਹੜੀ ਹੈਗੀ ਆ ਗੱਲ ਨੂੰ ਅੱਗੇ ਵਧਾ ਕੇ ਉਸ ਤੇ ਦੁਬਾਰਾ ਕਮੈਂਟ ਕਰ ਸਕੇ। ਸਰ ਜੀ, ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ, ਬਿਲਕੁਲ ਸਰ ਇੱਕ ਸਵਾਲ ਤੁਹਾਡੇ ਇਸ਼ੂ ਦੇ ਨਾਲ ਹੀ ਜੋੜ ਕੇ ਲੈਣਾ ਚਾਹੁੰਦਾ ਹੈ। ਜੋ ਸਵਾਲ ਉੱਠ ਰਹੇ ਹੈ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਵੀ ਇਸ ਤਰ੍ਹਾਂ ਦਾ ਇੱਕ ਮਿਲਦਾ ਜੁਲਦਾ ਕਮੈਂਟ ਆਇਆ। ਇਹ ਕਿਹਾ ਜਾ ਰਿਹਾ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਚੁਣੌਤੀ ਨਹੀਂ ਦਿੱਤੀ ਜਾਂਦੀ, ਤਾਂ ਜਿਹੜਾ ਇਹ ਅਦਾਲਤੀ ਫੈਸਲਾ ਆਇਆ ਹੈ ਤੇ ਨਵੇਂ ਸਿਰੇ ਤੋਂ ਜਦੋਂ ਜਾਂਚ ਹੋਏਗੀ ਤਾਂ ਜਿਹੜੇ ਪਹਿਲਾਂ ਜਿਹੜੇ ਦੋਸ਼ੀਆਂ ਦੇ ਕੋਈ ਨਾਂ ਆਏ ਹੈ, ਜਿਨ੍ਹਾਂ ਬਾਰੇ ਚਰਚਾ ਹੋਈ ਹੈ,
ਕੀ ਪੋਸੀਬਲ ਹੈਗਾ ਕਿ ਨਵੀਂ ਜਿਹੜੀ ਸਿੱਟ ਬਣੇਗੀ ਉਹਦੀ ਕੋਈ ਹਿੰਮਤ ਪਏਗੀ ਕਿ ਉਹਨਾਂ ਦੇ ਬਾਰੇ 'ਚ ਕੋਈ ਉਹਨਾਂ ਨੂੰ ਹੱਥ ਪਾ ਸਕਣਗੇ? ਸਰ ਮਤਲਬ ਇਹ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਜੱਜ ਸਾਹਿਬ ਨੇ ਇਹ ਜੱਜਮੈਂਟ ਦੇ ਵਿੱਚ ਇਦਾਂ ਦੇ ਕਮੈਂਟਸ ਕੀਤੇ ਨੇ ਜਿਹੜਾ ਐਵੀਡੈਂਸ ਹੈਗਾ। ਜਿਵੇਂ ਹੁਣ ਉਹ ਗੱਲ ਕਰਦੇ ਨੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੱਲਬਾਤ ਕੀਤੀ ਹੈਗੀ ਹੈ, ਟੈਲੀਫੋਨ ਤੇ ਗੱਲ ਕੀਤੀ ਹੈ, ਉਹਦੇ ਕਮੈਂਟਸ ਫਾਈਂਡਿੰਗ ਇਹ ਨੇ ਕਿ ਇਹ ਤਾਂ ਮੁੱਖ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹ ਜ਼ਿੰਮੇਵਾਰੀ ਨਿਭਾ ਕੇ ਉਹਨਾਂ ਨੇ ਪੋਜ਼ਿਟਿਵਲੀ ਲਿਆ ਇਹਨੂੰ, ਜਿਹੜੇ ਟੈਲੀਫੋਨ ਕਾਲਸ ਹੋਈਆਂ ਨੇ। ਹਾਲਾਂਕਿ ਦੋਸ਼ ਦੂਜੇ ਪਾਸੇ ਜਾਂਦੇ ਨੇ। ਮੈਂ ਸਿਰਫ ਇੱਕ ਗੱਲ ਕਰ ਰਿਹਾ, ਦੂਜੀਆਂ ਗੱਲਾਂ ਜਿਵੇਂ ਜਿਹੜੇ ਪ੍ਰੋਟੈਸਟਰ ਸੀਗੇ ਉੱਥੇ, ਜਿਹੜੇ ਲੋਕੀ ਉੱਥੇ ਮੁਜ਼ਾਹਰਾ ਕਰ ਰਹੇ ਸੀਗੇ, ਉਹ 'ਚ ਫਾਈਂਡਿੰਗ ਇਹ ਆਈ ਹੈ ਕਿ ਉਹ ਅਗਰੈਸਿਵ ਸੀਗੇ, ਉਹਨਾਂ ਨੇ ਅਟੈਕ ਕੀਤਾ ਪੁਲਿਸ ਤੇ। ਸੋ ਇਦਾਂ ਦੀਆਂ ਜਿਹੜੀਆਂ ਫਾਈਂਡਿੰਗਸ ਨੇ, ਕੋਈ ਵੀ SIT ਬਣਾ ਲਓ, ਕਿਸੇ ਸੀਨੀਅਰ ਤੋਂ ਸੀਨੀਅਰ ਆਫੀਸਰ ਨੂੰ ਇਹਦੇ ਵਿੱਚ ਆਉਣ ਵਾਲੀਆਂ SITs ਸ਼ਾਮਲ ਕਰ ਲਓ, ਉਹ ਕਿਵੇਂ ਇਹਨਾਂ ਤੋਂ ਬਾਹਰ ਜਾਣਗੇ ਜੀ? ਕਿਵੇਂ ਫਾਈਂਡਿੰਗ ਤੇ ਕੋਈ ਅਦਾਲਤ ਕਿਵੇਂ ਆਪਣੀ ਜਿਹੜੀ ਹੈਗੀ ਹੈ ਇੰਡੀਪੈਂਡੈਂਟ ਤੌਰ ਤੇ ਆਪਣਾ ਓਪੀਨੀਅਨ ਦੇਣ ਦੇ ਵਿੱਚ ਕਾਮਯਾਬ ਹੋਏਗੀ ਅਗਰ ਇਹ ਰਿਕਾਰਡ ਤੇ ਰਹਿੰਦੀਆਂ ਨੇ? ਜਿਵੇਂ ਇੱਕ ਹੋਰ ਫਾਈਂਡਿੰਗ ਬੜੀ ਡੈਮੇਜਿੰਗ ਹੈ ਜੀ, ਇਹ ਜੱਜਮੈਂਟ ਤਾਂ ਜੀ ਸਭ ਕੁਝ ਸਾਫ਼ ਕਰ ਦਿੰਦੀ ਹੈ, ਸਾਰੇ ਕੇਸ, ਕਿਉਂਕਿ ਸਾਰੇ ਕੇਸ ਇੰਟਰਕਨੈਕਟਡ ਨੇ। ਅਗਰ ਇਹ ਜੱਜਮੈਂਟ ਮਾਨਯੋਗ ਹਾਈ ਕੋਰਟ ਦੀ ਨਹੀਂ ਟੁੱਟਦੀ, ਸੁਪਰੀਮ ਕੋਰਟ ਜਾ ਕੇ ਇਸ ਕਿਸੇ ਨੂੰ ਸਜ਼ਾ ਨਹੀਂ ਹੋ ਸਕੇਗੀ, ਸਾਰੇ ਕੇਸ ਖਤਮ ਅੱਜ ਤੋਂ, ਚਾਹੇ ਉਹ ਇਸ ਨਾਲ ਰਿਲੇਟਡ ਹੈ ਨਹੀਂ ਹੈਗੇ ਇਨਵੈਸਟੀਗੇਸ਼ਨ, ਕਿਉਂਕਿ ਸਾਰੇ ਇੰਟਰਕਨੈਕਟਡ ਨੇ। ਜਿਵੇਂ ਕਮੈਂਟਸ ਆਏ ਨੇ ਅਕਸ਼ੇ ਕੁਮਾਰ ਦੀ ਮੀਟਿੰਗ ਨਾਲ, ਜਿਵੇਂ ਕਮਿਟ ਮਾਫੀਆ ਬਾਰੇ ਵੀ ਆਏ ਨੇ, ਡੇਰਾ ਸੱਚਾ ਸੌਦਾ ਦਾ, ਗੱਲ ਤਾਂ ਸ਼ੁਰੂ ਉੱਥੋਂ ਹੀ ਹੁੰਦੀ ਹੈ। ਗੱਲ ਸ਼ੁਰੂ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਚੋਰੀ ਕੀਤੀ ਗਈ, ਉਸ ਤੋਂ ਬਾਅਦ ਜਿਹੜੇ ਅੰਗ ਜਿਹੜੇ ਫਾੜ ਕੇ ਉੱਥੇ ਬਰਗਾੜੀ ਸੁੱਟੇ ਗਏ ਤੇ ਹੋਰ ਪਿੰਡਾਂ ਸੁੱਟੇ ਗਏ, ਗੱਲ ਤਾਂ ਸਟਾਰਟ ਉੱਥੋਂ ਹੁੰਦੀ ਹੈਗੀ ਹੈ। ਜੀ ਕਿਉਂ ਨਹੀਂ ਸੁਹੇਜ ਜੀ, ਆਪਾਂ ਸਾਰਾ ਪਖਰੇ ਕਿਉਂ ਨਹੀਂ ਮੰਨਦੇ ਕਿ ਜਦੋਂ ਕੇਸ ਲੜਿਆ ਗਿਆ ਉਹਦੇ 'ਚ ਵੀ ਕਿਤੇ ਬਹੁਤ ਵੱਡੀਆਂ ਖਾਮੀਆਂ ਪੇਸ਼ਕਾਰੀ 'ਚ ਰਹਿ ਗਈਆਂ? ਜਿਵੇਂ ਉਹ ਰਿਪੋਰਟ ਦੇ 'ਚ ਇੱਕ ਜਗ੍ਹਾ ਤੇ ਕਮੈਂਟ ਇਹ ਵੀ ਹੈ ਕਿ ਬਾਰ-ਬਾਰ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਉਹਨਾਂ ਦੇ ਨਾਂ ਤਾਂ ਆਉਂਦੇ ਰਹੇ ਹੈ, ਪਰ ਅਦਾਲਤੀ ਚਲਾਨ ਨਹੀਂ ਪੇਸ਼ ਕੀਤਾ ਗਿਆ ਉਹਨਾਂ ਬਾਰੇ। ਇਦਾਂ ਦੀਆਂ ਹੋਰ ਕਈ ਖਾਮੀਆਂ ਵੀ ਹੈਗੀਆਂ, ਜਿਨ੍ਹਾਂ ਖਾਮੀਆਂ ਦੇ ਉੱਤੇ ਜਿਹੜੀ ਹੈਗੀ ਹੈ ਜਾਂਚ ਰਿਪੋਰਟ ਦਾ ਫੈਸਲਾ ਜਿਹੜਾ ਹੈਗਾ ਉਹਦੇ ਤੇ ਨਜ਼ਰ ਪਾ ਰਿਹਾ ਕਿ ਜਿਹਦੇ ਕਰਕੇ ਲੱਗਦਾ ਕਿ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਸਥਿਤੀ ਬਣ ਗਈ ਹੈ ਉਹ ਖਾਮੀਆਂ ਦੀ ਵਜ੍ਹਾ। ਦੇਖੋ ਇਹਦੀ ਪੁੱਛਣ ਇਹ ਹੈਗੀ ਹੈ ਜੀ, ਜਿੱਥੋਂ ਤੱਕ ਇਹ ਕੇਸ ਹੈਗਾ ਮਾਨਯੋਗ ਹਾਈ ਕੋਰਟ ਦੇ ਵਿੱਚ, ਤਾਂ ਇਹ ਕੇਸ ਦਾ ਆਰਗੂ ਕੀਤਾ ਮਿਸਟਰ ਸਿਧਾਰਥ ਲੁਥਰਾ ਨੇ, ਦਿੱਲੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਫਰੰਟ ਲਾਈਨ ਐਡਵੋਕੇਟ ਨੇ, ਕ੍ਰਿਮੀਨਲ ਬਹੁਤ ਅੱਛੇ ਕ੍ਰਿਮੀਨਲ ਲਾਇਰ ਨੇ ਉਹ। ਲੇਕਿਨ ਮੈਂ ਦੂਜਿਆਂ ਬਾਰੇ ਕਮੈਂਟ ਨਹੀਂ ਕਰੇਗਾ। ਜਿਹੜਾ ਸਾਡਾ ਤੁਸੀਂ ਜਾਣਦੇ ਹੋ ਕਿਹਦੇ ਬਾਰੇ ਗੱਲ ਕਰ ਰਿਹਾ ਮੈਂ, ਉਹਨੇ ਆਰਗੂ ਨਹੀਂ ਕੀਤਾ ਕੇਸ ਇਹ। ਉਦੋਂ ਤਾਂ ਅਸੀਂ ਚਲੋ ਉਹਦਾ ਕਮੈਂਟ ਕੁਝ ਵੀ ਕਰ ਸਕਦੇ ਸੀਗੇ, ਉਹਨੇ ਤਾਂ ਪਹਿਲੇ ਵੀ ਕਿਸੇ ਦਾ ਨਾਸ ਮਾਰਿਆ ਹੈਗਾ, ਮੈਨੂੰ ਕੋਈ ਸਟਾਰਟ ਨਹੀਂ ਹੈ ਕਹਿਣ ਦੇ ਵਿੱਚ। ਸਾਡੇ ਜਿਹੜਾ ਐਡਵੋਕੇਟ ਜਨਰਲ ਨੇ ਉਹਨੇ ਕਈ ਕਿਸੇ ਦਾ ਨਾਸ ਮਾਰਿਆ, ਲੇਕਿਨ ਇਹ ਕੇਸ ਜਿਹੜਾ ਹੈਗਾ ਉਹਦਾ ਸਿਧਾਰਥ ਲੁਥਰਾ ਜੀ ਲੜ ਰਹੇ ਸੀਗੇ, ਉਹਨਾਂ ਨੇ ਆਰਗੂ ਕੀਤਾ ਕੇਸ ਇਹਦੇ ਵਿੱਚ। ਤਾਂ ਤੁਸੀਂ ਦੇਖੋਗੇ ਨਾ ਜੀ, ਬਿਨਾਂ ਦੇਖੋ ਮੈਂ ਹੁਣ ਜਿਹੜੀ ਹੈਗਾ, ਕਿਉਂਕਿ ਅਸੀਂ ਲੀਗਲੀ ਤੌਰ ਤੇ ਜੱਜਮੈਂਟ ਤੇ ਕਮੈਂਟ ਕਰ ਸਕਦੇ ਹੈਗੇ ਆ, ਸਾਡਾ ਰਾਈਟ ਹੈਗਾ, ਇਹ ਸੰਵਿਧਾਨ ਸਾਨੂੰ ਰਾਈਟ ਦਿੰਦਾ ਕਿ ਅਸੀਂ ਜੱਜਮੈਂਟ ਦੀ ਜਿਹੜੀ ਹੈਗੇ ਆਪਣੇ ਕਰ ਸਕਦੇ ਹਾਂ ਪੋਜ਼ਿਟਿਵ ਵੇ ਨਾਲ, ਪੋਜ਼ਿਟਿਵ ਜਿਹੜੀ ਕ੍ਰਿਟਿਸਿਜ਼ਮ ਅਸੀਂ ਕਰ ਸਕਦੇ ਹੈਗੇ ਆ। ਜਿਵੇਂ ਜੱਜਮੈਂਟ ਦੀ ਫਾਈਂਡਿੰਗ ਇਹ ਆਈ ਹੈਗੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਜਿਹੜਾ ਹੈਗਾ ਇਹਦਾ ਸਾਰਾ ਜ਼ੋਰ ਇਹਦਾ ਪੋਲੀਟੀਕਲ ਏਜੰਡਾ ਐਡਵਾਂਸ ਕਰ ਰਿਹਾ ਸੀ। ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ, ਪ੍ਰੈਜ਼ੈਂਟ ਗਵਰਨਮੈਂਟ ਕੌਣ ਹੈ? ਸਾਡੇ ਜਿਹੜੇ ਹੋਮ ਮਿਨਿਸਟਰ ਨੇ, ਮੁੱਖ ਮੰਤਰੀ ਸਾਹਿਬ ਨੇ ਖੁਦ, ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ। ਸੋ ਉਹ ਜਿਹੜੀ ਸਿੱਧਾ ਜਿਹੜਾ ਹੈਗਾ ਕਿ ਦੈਟ ਮੀਨਸ ਕਿ ਇਹ ਤਾਂ ਜੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਸੀਗਾ ਇਹ ਗਵਰਨਮੈਂਟ ਦਾ ਪੋਲੀਟੀਕਲ ਏਜੰਡਾ ਐਡਵਾਂਸ ਕਰ ਰਿਹਾ ਸੀ ਬਾਦਲਾਂ ਨੂੰ ਫਸਾਉਣ ਵਾਸਤੇ। ਸੋ ਇਹਦਾ ਜਿਹੜੇ ਇਹ ਕਮੈਂਟਸ ਨੇ ਇਹਦਾ ਕੋਈ ਮਟੀਰੀਅਲ ਬੇਸ ਕਿੱਥੇ ਹੈ? ਸੁਪਰੀਮ ਕੋਰਟ ਦੇ ਵਿੱਚ ਇਹੀ ਗੱਲਾਂ ਹੋਣਗੀਆਂ ਕਿ ਜੋ ਮਾਨਯੋਗ ਹਾਈ ਕੋਰਟ ਨੇ ਇਦਾਂ ਦੇ ਕਮੈਂਟਸ ਦਿੱਤੇ ਨੇ, ਫਾਈਂਡਿੰਗਸ ਦਿੱਤੀਆਂ ਨੇ, ਇਹਦਾ ਮਟੀਰੀਅਲ ਤਾਂ ਬੇਸ ਕੀ ਹੈਗਾ? ਇਹਦੇ ਨਾਲ ਤਾਂ ਸਾਰਾ ਕੁਝ ਹੋਤਾ ਗਿਆ, ਸਾਰਾ ਕੁਝ ਹੋਤਾ ਗਿਆ। ਓਕੇ ਤੁਸੀਂ ਦੇਖੋਗੇ ਮੇਜਰ ਪਾਰਟ ਆਫ ਜਜਮੈਂਟ ਜਿਹੜੀ ਹੈਗੀ ਆ ਉਹ ਡਿਵੋਟਡ ਹੀ ਬਾਦਲਾਂ ਦੇ ਹੈਗੀ ਆ, ਉਹ ਮਤਲਬ ਉਸ ਮੁਤਲਕ ਜਦੋਂ ਕਿ ਉਹਨੂੰ ਉਸ ਕਮੈਂਟਸ ਨੂੰ, ਉਸ ਡਿਸਕਸ਼ਨ ਨੂੰ, ਉਹਨੂੰ ਜਿਹੜਾ ਹੈਗਾ ਸਾਰੀ ਕਮੈਂਟਰੀ ਹੈਗੀ ਅਵੋਇਡ ਕੀਤਾ ਜਾ ਸਕਦਾ ਸੀਗਾ। ਜਦੋਂ ਜਜਮੈਂਟ ਸ਼ੁਰੂ ਦੇ ਵਿੱਚ ਹੈਗਾ ਕਿ ਅਸੀਂ ਉਸ ਪਾਸੇ ਨਹੀਂ ਜਾਵਾਂਗੇ, ਉਹਦੀ ਲੋੜ ਨਹੀਂ ਸੀ। ਸੋ ਇਹ ਗੱਲਾਂ ਸਾਰੀਆਂ ਅਸੀਂ ਕਵਾਂਗੇ ਸੁਪਰੀਮ ਕੋਰਟ ਅੱਗੇ ਕਿ ਜੀ ਇਹ ਲੀਗਲੀ ਤੌਰ ਤੇ ਜਜਮੈਂਟ ਜਿਹੜੀ ਹੈਗੀ ਹੈ ਬਿਯੋਂਡ ਜਿਹੜੀ ਪਲੀਡਿੰਗ ਜਾਂ ਬਿਯੋਂਡ ਜਿਹੜਾ ਕੇਸ ਦਾ ਸਬਜੈਕਟ ਮੈਟਰ ਹੈ ਉਸ ਤੋਂ ਟਰੈਵਲ ਕੀਤੀ ਹੈਗੀ ਹੈ। ਇਹ ਗੱਲਾਂ ਨਹੀਂ ਆਉਣੀ ਚਾਹੀਦੀਆਂ ਹੈਗੇ ਰਿਕਾਰਡ ਤੇ। ਅਗਰ ਇਹ ਗੱਲਾਂ ਰਿਕਾਰਡ ਤੇ ਹੁੰਦੀਆਂ ਨੇ, ਇਹ ਰਿਕਾਰਡ ਤੇ ਗੱਲਾਂ ਸਾਫ਼ ਨਹੀਂ ਹੁੰਦੀਆਂ ਤਾਂ ਸਾਰੇ ਕੇਸ ਗਏ ਜੀ, ਸਾਰੇ ਕੇਸ ਸਭ ਕੁਝ ਖਤਮ ਜੀ। ਸੁਹੇਜ ਜੀ ਬਿਲਕੁਲ ਤੁਹਾਡਾ ਆਪਣੀ ਜਗ੍ਹਾ ਤੇ ਖਦਸ਼ਾ ਹੈਗਾ ਅਦਾਲਤ ਦੇ ਮੱਦੇਨਜ਼ਰ। ਕਲੀਅਰ ਜੀ, ਤੁਸੀਂ ਸੁਹੇਜ ਜੀ ਨੂੰ ਸੁਣਿਆ, ਕਮਲਜੀਤ ਸਿੰਘ ਨੂੰ ਸੁਣਿਆ। ਕਮਲਜੀਤ ਜੀ ਦੇ ਆਪਣੇ ਕਮੈਂਟ ਹੈ, ਸੁਹੇਜ ਦਾ ਕਹਿਣਾ ਕਿ ਜੋ ਮੌਜੂਦਾ ਪ੍ਰਸਥਿਤੀਆਂ 'ਚ ਫੈਸਲਾ ਆਇਆ ਹੈ ਇਹਨੂੰ ਅਸੀਂ ਚੁਣੌਤੀ ਤਾਂ ਦੇਵਾਂਗੇ, ਨਹੀਂ ਤਾਂ ਸਾਰੇ ਕੇਸ ਜਿਹੜੇ ਕਿ ਖਤਮ, ਜਿਸ ਮੁੱਦੇ ਤੇ ਸਾਰੀ ਲੰਬੀ ਲੜਾਈ ਲੜੀ ਗਈ ਹੈ ਹੁਣ ਤੱਕ।
ਜੀ ਕਲੇਰ ਸਾਹਿਬ। ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਕਿ ਸਵੈਦ ਸਾਹਿਬ ਇੱਕ ਪਾਰਟੀ ਦੇ ਵਕੀਲ ਦੇ ਤੌਰ ਤੇ ਔਰ ਸਪੋਕਸਮੈਨ ਦੇ ਤੌਰ ਤੇ ਬੈਠੇ ਨੇ, ਸੋ ਉਹਨਾਂ ਨੇ ਕੁਝ ਤਾਂ ਡਿਫੈਂਡ ਕਰਨਾ ਹੀ ਹੈ। ਪਰ ਅਗਰ ਜੇ ਕਿਸੇ ਬੰਦੇ ਨੇ ਇਹ 89 ਪੇਜਿਸ ਦੀ ਜਜਮੈਂਟ ਨੂੰ ਪੜ੍ਹਿਆ ਤਾਂ ਤੁਸੀਂ ਦੇਖੋਗੇ ਕਿ ਅਗਰ ਕੋਰਟ ਨੇ ਕੋਈ ਇਨਫਰੈਂਸ ਡਰਾ ਕੀਤਾ, ਕੋਈ ਆਬਜ਼ਰਵੇਸ਼ਨ ਦਿੱਤੀ ਹੈ, ਤਾਂ ਉਹਦੇ 2-2 3-3 ਨਾਲ ਉਹਦੇ ਰੀਜ਼ਨ ਦਿੱਤੇ ਨੇ ਕਿ ਇਨਫਰੈਂਸ ਇਹ ਆਬਜ਼ਰਵੇਸ਼ਨ ਕਿਉਂ ਆ ਰਹੀ ਹੈ। ਇਹ ਕੋਈ ਐ ਨਹੀਂ ਕਿ ਕੋਈ ਇਨਫਰੈਂਸ ਡਰਾ ਕਰ ਲਿਆ ਜਾਂ ਆਬਜ਼ਰਵੇਸ਼ਨ ਦੇ ਲਈ। ਅਗਰ ਕੋਰਟ ਇਹ ਗੱਲ ਕਹਿੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਆਦੀ ਹੈ ਆਪਣੀ ਅਫੀਸ਼ੀਅਲ ਪੋਜੀਸ਼ਨ ਮਿਸਯੂਜ਼ ਕਰਨ ਦਾ, ਤਾਂ ਕੋਰਟ ਨੇ ਉੱਥੇ ਕਿੰਨੇ ਤਰਕ ਦਿੱਤੇ ਨੇ ਕਿ ਕਿਸ ਤਰ੍ਹਾਂ ਇਹਨੇ ਛੁੱਟੀ ਵਾਲੇ ਦਿਨ ਇੱਕ ਮੈਜਿਸਟ੍ਰੇਟ ਦੇ ਅਕਿਊਜ਼ਡ ਨੂੰ ਜਾਣਬੁੱਝ ਕੇ ਪੇਸ਼ ਕੀਤਾ, ਬਾਅਦ ਦੇ ਵਿੱਚ ਇੱਕ ਐਡਮਿਨਿਸਟ੍ਰੇਟਿਵ ਸਾਈਟ ਤੇ ਚਿੱਠੀ ਲਿਖੀ ਕਿ ਜੀ ਇਹ ਬਾਦਲਾਂ ਦਾ ਰਿਸ਼ਤੇਦਾਰ ਹੈ, ਔਰ ਅਗਲੇ ਦਿਨ ਅਖਬਾਰਾਂ 'ਚ ਖਬਰਾਂ ਲਵਾਈਆਂ, ਜਦਕਿ ਅੱਜ ਤੱਕ ਔਨ ਰਿਕਾਰਡ ਇਹ ਬੰਦਾ ਇਸ ਕੋਰਟ 'ਚ ਵੀ ਪ੍ਰੂਵ ਨਹੀਂ ਕਰ ਸਕਿਆ ਕਿ ਉਹ ਮੈਜਿਸਟ੍ਰੇਟ ਦਾ ਬਾਦਲਾਂ ਨਾਲ ਕੋਈ ਰਿਸ਼ਤਾ ਹੈਗਾ, ਔਰ ਇਸ ਗਰਾਊਂਡ ਤੇ ਸੈਸ਼ਨ ਜੱਜ ਦੇ ਕਮੈਂਟ ਕਾਲ ਕੀਤੇ ਨੇ। ਅਗਰ ਕੋਰਟ ਇਹ ਗੱਲ ਕਹਿੰਦੀ ਹੈ ਕਿ ਆਫੀਸ਼ੀਅਲ ਪੋਜੀਸ਼ਨ ਮਿਸਯੂਜ਼ ਕਰਦਾ ਹੈ, ਤਾਂ ਉਹਨਾਂ ਨੇ ਇਸ ਗੱਲ ਤੇ ਵੀ ਟਿੱਪਣੀ ਕੀਤੀ ਹੈ ਕਿ ਇਹਨਾਂ ਨੇ ਕਿਹਾ ਕਿ ਮੈਨੂੰ 2 ਹਾਈ ਕੋਰਟ ਜੱਜਸ ਨੇ ਐਡਮਿਨਿਸਟ੍ਰੇਟਿਵ ਸਾਈਡ ਦੇ ਉੱਤੇ ਐਪਰੀਸ਼ੀਏਟ ਕੀਤਾ ਹੈ, ਲੇਕਿਨ ਔਨ ਰਿਕਾਰਡ ਇਹ ਕੁਝ ਨਹੀਂ ਲਿਆ ਸਕੇ ਕਿ ਇਹਨਾਂ ਨੂੰ ਕਿਹਨਾਂ ਨੇ ਐਪਰੀਸ਼ੀਏਟ ਕੀਤਾ ਤੇ ਕਿਉਂ ਐਪਰੀਸ਼ੀਏਟ ਕੀਤਾ। ਔਰ ਤੀਸਰੀ ਵੱਡੀ ਗੱਲ, ਮੈਂ ਕਮਲਜੀਤ ਜੀ ਸੀਨੀਅਰ ਐਡਵੋਕੇਟ ਹੈ, ਸਵੈਦ ਸਾਹਿਬ ਬੜੀ ਪਿੱਠ ਥਪਤ ਪਾਉਂਦੇ ਸੀ ਆਪਣੇ ਆਈਓ ਦੀ। ਇਹ ਸਿੱਧੂ ਸਾਹਿਬ ਇੱਕ ਸਿੱਧਾ ਕੇਸ ਸੀ ਕੋਟਕਪੂਰਾ ਫਾਇਰਿੰਗ ਦਾ, ਜਿੱਥੇ ਅਜੀਤ ਸਿੰਘ ਨਾਮ ਦੇ ਬੰਦੇ ਦੇ ਪੱਟ ਦੇ ਵਿੱਚੋਂ ਗੋਲੀ ਲੱਗੀ ਹੈ। 307 ਦਾ ਇਹ ਮੈਟਰ ਸੀਗਾ। 307 ਦੇ ਮੈਟਰ ਦੇ ਵਿੱਚ ਫੈਂਟਸੀ ਦੇਖੋ ਇਹਦੀ, ਅਕਸ਼ੇ ਕੁਮਾਰ ਨੂੰ ਇਹਨੇ ਬੁਲਾਇਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਅਕਸ਼ੇ ਕੁਮਾਰ ਨੂੰ ਇਹ ਪਹਿਲੀ ਉਹ ਮਾਫੀਆ ਨਾਲ ਜੋੜਦੇ ਨੇ ਕਿ 4 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਮੀਟਿੰਗ ਆਫ ਮਾਈਂਡ ਕਿਸੇ ਬੰਦੇ ਦੀ ਹੋ ਸਕਦੀ ਹੈ? ਬੇਸਿਕ ਇਨਵੈਸਟੀਗੇਸ਼ਨ ਹੈ ਕਿ ਅਗਰ ਮਾਫੀ ਹੋਊਗੀ, ਧਰਨਾ ਲੱਗੂਗਾ, ਤਾਂ ਅਜੀਤ ਸਿੰਘ ਦੇ ਪੱਟ ਦੇ ਵਿੱਚੋਂ ਗੋਲੀ ਲੰਘੂਗੀ। ਸੋਚੋ ਐਡੀ ਵੱਡੀਆਂ ਇਹ ਫੈਂਟਸੀ ਵਰਲਡ ਦੇ ਵਿੱਚ ਜੀ ਰਿਹਾ ਸੀ। ਐਸਾ ਨਲਾਇਕ ਆਈਓ ਸੀ ਇਹਨਾਂ ਦਾ, ਜਿਹਦੇ ਕਰਕੇ ਕੋਰਟ ਨੇ ਇਹ ਆਬਜ਼ਰਵੇਸ਼ਨਸ ਦਿੱਤੀਆਂ ਨੇ, ਔਰ ਉਰੇ ਤੱਕ ਨਹੀਂ ਕੋਰਟ ਰੁਕਿਆ। ਕੋਰਟ ਨੂੰ, ਹਾਈ ਕੋਰਟ ਨੂੰ ਕਹਿਣਾ ਪਿਆ ਮਜਬੂਰਨ ਕਿ ਜੀ ਇਹ ਇਨਵੈਸਟੀਗੇਸ਼ਨ ਇਹਦੀ ਬੇਹੁਦਾ ਹੈ, ਇਹ ਇਨਵੈਸਟੀਗੇਸ਼ਨ ਇਹਦੀ ਨਾਸੂਰ ਬਣਾ ਦਿੱਤਾ, ਇਹਨੇ ਇੱਕ ਬਹੁਤ ਧਾਰਮਿਕ ਮੁੱਦੇ ਨੂੰ ਨਾਸੂਰ ਬਣਾ ਦਿੱਤਾ, ਦਲਦਲ ਬਣਾ ਦਿੱਤਾ, ਔਰ ਇਹ ਪੋਲੀਟੀਕਲ ਹਾਰਸ ਹੈ। ਇਹ ਇਲੈਕਸ਼ਨ ਦੇ ਟਾਈਮ ਦੇ ਵਿੱਚ ਹੀ ਕਿਉਂ ਬਾਹਰ ਨਿਕਲਦਾ, ਔਰ ਇਲੈਕਸ਼ਨ ਦੇ ਟਾਈਮ ਇੱਕ ਸਿੰਗਲ ਚੈਨਲ ਨੂੰ, ਇੱਕ ਆਪਣੇ ਚੂਜ਼ ਕੀਤੇ ਹੋਏ ਰਿਪੋਰਟਰਾਂ ਨੂੰ ਇੱਕ ਪੋਲੀਟੀਕਲ ਪਾਰਟੀ ਨੂੰ ਡੈਮੇਜ ਕਰਨ ਦੀ ਗੱਲ ਕਹਿੰਦਾ। ਔਰ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਇਹ ਜਿਹੜੀਆਂ ਗੱਲਾਂ ਸਵੈਦ ਸਾਹਿਬ ਕਹਿੰਦੇ ਨੇ ਕਿ ਕੋਰਟ ਆਪਣਾ ਜੂਰਿਸਡਿਕਸ਼ਨ ਐਕਸੀਡ ਕਰ ਗਈ, ਬਿਲਕੁਲ ਜੂਰਿਸਡਿਕਸ਼ਨ ਐਕਸੀਡ ਨਹੀਂ ਕੀਤਾ। ਹਰ ਚੀਜ਼ ਮੈਟਰ ਆਫ ਰਿਕਾਰਡ ਸੀ, ਹਰ ਚੀਜ਼ ਰਿਕਾਰਡ ਦੇ ਉੱਤੇ ਲਾਈ ਸੀ। ਔਰ ਜਿਹੜੀ ਇਹ ਗੱਲ ਕਰਦੇ ਨੇ ਨਾ ਕਿ ਉੱਥੇ ਭੀੜ ਅਗਰੈਸਿਵ ਹੋਈ ਹੈ, ਸਿੱਧੂ ਸਾਹਿਬ, ਉਹਦੇ ਲਈ ਵੀ ਕੁੰਵਰ ਵਿਜੇ ਪ੍ਰਤਾਪ ਨੇ ਖੁਦ ਕੈਮਰਾ ਰਿਕਾਰਡਿੰਗਸ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕੀਤੀਆਂ ਨੇ। ਉਹ ਕੈਮਰਾ ਰਿਕਾਰਡਿੰਗਸ ਤੋਂ ਇਹ ਆਬਜ਼ਰਵੇਸ਼ਨ ਤੇ ਇਨਫਰੈਂਸ ਆਇਆ ਕਿ ਉੱਥੇ ਕੀ ਹੋਇਆ। ਸੋ ਸਭ ਸਬੂਤਾਂ ਦੇ ਆਧਾਰ ਤੇ ਹੋਇਆ। ਔਰ ਇਹਨਾਂ ਨੂੰ ਥੈਂਕ ਯੂ ਕਲੇਸ਼ ਜੀ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਦੇ ਵਿੱਚ ਕਿ ਕਿੰਨਾ ਸੰਵੇਦਨਸ਼ੀਲ ਮੁੱਦਾ ਸੀ ਜਿਹਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਿਆ। ਔਰ ਥੈਂਕ ਯੂ ਵੈਰੀ ਮਚ ਜੀ ਕਲੇਸ਼ ਜੀ। ਕਮਲਜੀਤ ਜੀ, ਮੈਂ ਬ੍ਰੇਕ ਤੋਂ ਪਹਿਲਾਂ ਜ਼ਰੂਰ ਤੁਹਾਡੇ ਕਮੈਂਟਸ ਇਸ ਮੁੱਦੇ ਤੇ ਲੈਣਾ ਚਾਹਾਂਗਾ। ਸਵੈਦ ਜੀ ਨੇ ਕਿਹਾ ਕਿ ਫੈਸਲਾ ਗਲਤ ਹੈ, ਬਿਲਕੁਲ ਉਸ ਨਾਲ ਸਹਿਮਤ ਨਹੀਂ। ਜਿਸ ਤਰੀਕੇ ਦੇ ਫੈਸਲੇ ਕਹਿੰਦੇ ਕਿੱਥੋਂ ਸ਼ੁਰੂ ਹੋਇਆ ਲਿਖਣਾ ਔਰ ਕਿੱਥੇ ਜਾ ਕੇ ਗੱਲ ਕਿਸ ਬਰੀਕੀ ਦੇ ਨਾਲ ਸਾਰਾ ਕੁਝ ਜਿਹੜੇ ਸਵਾਲ ਖੜੇ ਕੀਤੇ ਗਏ ਉਹਨੂੰ ਸੁਪਰੀਮ ਕੋਰਟ ਚੁਣੌਤੀ ਤਾਂ ਦਿੱਤੀ ਜਾਵੇਗੀ, ਪਰ ਮੁੱਢੇ ਹੀ ਉਹਨਾਂ ਨੇ ਫੈਸਲੇ ਦੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਕਮਲਜੀਤ ਜੀ ਦੇਖੋ, ਜਦੋਂ ਮੈਂ ਸ਼ੁਰੂ ਕੀਤਾ ਮੈਂ ਦੱਸਿਆ ਕੋਰਟ ਨੂੰ ਬੜੀ ਮਜਬੂਰ ਹੋਏ ਕਿ ਰੇਅਰ ਕੇਸ ਸਮਝ ਕੇ, ਰੇਅਰੈਸਟ ਆਫ ਰੇਅਰ ਕੇਸ ਸਮਝ ਕੇ ਕੋਰਟ ਨੇ ਇਸ ਤਰ੍ਹਾਂ ਦੀ ਭਾਸ਼ਾ ਲਿਖੀ ਹੈ। ਕੋਰਟ ਨੇ ਉਸ ਭਾਸ਼ਾ ਲਿਖਣ ਦਾ ਐਵੀਡੈਂਸ ਦਿੱਤਾ ਹੈ, ਕੋਰਟ ਲਿਖਣ ਦੀ ਰੀਜ਼ਨਿੰਗ ਦਿੱਤੀ ਹੈ ਕਿ ਇਹਦੇ ਪਿੱਛੇ ਰੀਜ਼ਨਿੰਗ ਕੀ ਹੈ, ਔਰ ਹਰ ਚੀਜ਼ ਨੂੰ ਕੋਰਟ ਨੇ ਕਿਸੇ ਐਵੀਡੈਂਸ ਨਾਲ ਉਹਨੂੰ ਬਣਾ ਕੇ ਦਿੱਤਾ ਜੋ ਕਿ ਕਿਸੇ ਡਾਕੂਮੈਂਟ ਤੇ ਬੇਸ ਸੀ ਕੋਰਟ ਦੀ ਰੀਜ਼ਨਿੰਗ। ਮੇਰਾ ਕਹਿਣ ਦਾ ਮਤਲਬ ਹੈ ਨਾਰਮਲ ਕੇਸ ਵਿੱਚ ਕੋਈ ਵੀ ਕੋਰਟ ਇਨਵੈਸਟੀਗੇਸ਼ਨ ਤੋਂ ਬਾਅਦ ਹਮੇਸ਼ਾ ਥੱਲੇ ਕਚਹਿਰੀ ਤੇ ਛੱਡ ਦਿੰਦੀ ਜਿੱਥੇ ਚਲਾਨ ਪੇਸ਼ ਹੋਇਆ ਹੋਵੇ ਵੀ ਚਾਰਜ ਦੇ ਟਾਈਮ ਤੁਸੀਂ ਇਹਨਾਂ ਪੁਆਇੰਟਸ ਤੇ ਬਹਿਸ ਕਰ ਲੈਣਾ। ਪਰ ਇਸ ਕੋਰਟ ਦੇ ਵਿੱਚ ਕਨਸਟੀਟਿਊਸ਼ਨਲ ਕੋਰਟ ਨੇ ਏਡਾ ਵੱਡੀ ਮੈਚੁਰਿਟੀ ਦੇ ਨਾਲ ਫੈਸਲਾ ਦਿੱਤਾ ਹੈ ਕਿ ਉਹਨਾਂ ਨੇ FIR ਖਤਮ ਨਹੀਂ ਕੀਤੇ। ਸੰਗੀਨ ਜੁਰਮ ਸਮਝਦੇ ਹੋਏ, ਕੋਰਟ ਵੇਖਦੇ ਹੋਏ ਕਿ ਪੰਜਾਬ ਦੇ ਹੀ ਨਹੀਂ ਸਾਰੀ ਦੁਨੀਆ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਨਾਲ ਇਹ ਪ੍ਰੋਟੈਸਟ ਰਿਲੇਟਡ ਸੀ, ਉਹਨਾਂ ਦੇ ਦਿਲ ਬਲੂੰਦ ਰਹਿ ਗਏ ਨੇ। ਕੋਰਟ ਨੇ ਈਵਨ ਕਿ ਜਿਹੜਾ ਦੂਜਾ FIR 2018 ਸੀ ਜਿੱਥੇ ਅਜੀਤ ਸਿੰਘ ਦੇ ਪੱਟ 'ਚ ਗੋਲੀ ਵੱਜੀ ਸੀ, ਕੋਰਟ ਨੇ ਉਹ ਵੀ ਪਰਮਿਟ ਕੀਤਾ ਹੈ। ਕੋਰਟ ਨੇ ਕਿਹਾ ਇੱਕ ਵੈਸੇ ਵੀ ਕ੍ਰਾਸ ਜੀ। ਕਮਲਜੀਤ ਜੀ ਬਹੁਤ
ਸਰ ਬਹੁਤ ਅਹਿਮ ਮਾਮਲਾ ਜੀ ਤੇ ਸਰ ਬਹੁਤ ਅਹਿਮ ਮੁੱਦਾ ਜਿਹਦੇ ਤੇ ਗੱਲ ਕਰ ਰਹੇ ਹੋ। ਮੇਰੀ ਮਜ਼ਬੂਰੀ ਹੈ ਬ੍ਰੇਕ ਲੈਣ ਦੀ, ਮੈਂ ਵਾਪਸ ਆ ਰਿਹਾ ਸਰ ਤੁਹਾਡੇ ਵਾਲੇ ਇਸੇ ਇਸ਼ੂ ਦੇ ਉੱਤੇ। ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਫੈਸਲਾ ਆਉਣ ਤੋਂ ਬਾਅਦ ਕੋਟਕਪੂਰਾ ਗੋਲੀकांड ਬਾਰੇ ਜਿਹੜੇ ਉੱਠ ਰਹੇ ਸਵਾਲ, ਸਾਡੇ ਨਾਲ ਸੀਨੀਅਰ ਐਡਵੋਕੇਟਸ ਪੈਨਲ ਤੇ ਜੁੜੇ ਹੈ, ਉਹਨਾਂ ਨਾਲ ਲਵਾਂਗੇ ਸਵਾਲ ਨਿੱਕੀ ਜੀ ਬ੍ਰੇਕ ਤੋਂ ਬਾਅਦ। ਨਜ਼ਰੀਏ ਦੇ ਜਿਵੇਂ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਕਮਲਜੀਤ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ, ਸਵੈਜ ਜੀ ਨੇ ਉੱਥੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਜੋ ਫੈਸਲਾ ਹੈ ਜੇ ਇਸ ਨੂੰ ਆਧਾਰ ਮੰਨਿਆ ਜਾਵੇ, ਉਹ ਕਹਿੰਦੇ ਫਿਰ ਤਾਂ ਜੋ ਕੁਝ ਵਾਪਰਿਆ ਕਿਸੇ ਜਿਹੜਾ ਦੋਸ਼ੀ ਸੋ ਕਾਲ ਮੁਜਰਮ ਉਹਨੂੰ ਸਜ਼ਾ ਨਹੀਂ ਹੋਏਗੀ, ਸਾਰੇ ਕੇਸ ਸਮਝੋ ਜਿਸੇ ਬੇਸ ਦੇ ਉੱਤੇ ਚਲਾਈ ਨੂੰ ਚੁਣੌਤੀ। नहीं, मेरा ख्याल है बिल्कुल गलत धारणा है। स्वैत साहब ने जो किया मैं सुनिया भी है, एक गलत धारणा है। स्वैत साहब शायद मजबूरी है जो ये गल कह रहे हैं। मैं शुरू ही इस तो करदा, नॉर्मल कोर्ट्स इंटरफेयर नहीं करदियां ना इन्वेस्टिगेशन ना इन्वेस्टिगेशन की रिपोर्ट अनलैस टू रेयरेस्ट ऑफ द रेयर केस होवे ते कोर्ट ने मेरा ख्याल इत्थे 15 होर जजमेंट्स नाल दित्तियां। कोर्ट ने लेटेस्ट जिहड़ी रोमिला थापर दे केस है जिहदे विच सुप्रीम कोर्ट दी अर्नब गोस्वामी दी कोर्ट दा दस्सिया कि ये नहीं कि कोर्ट इंटरफेयर नहीं कर सकते, कोर्ट फेयर कर सकते हैं जिथे इनजस्टिस पेटेंट होवे, जिथे फेलियर ऑफ जस्टिस पेटेंट होवे, जिथे दूजी पार्टी जिन्हां ने एफआईआर लिखवाया उन्होंने अक्यूज बना दिता हो। और तुसी देखो ਜਿਹੜੀਆਂ ਰੈਲੇਵੈਂਟ ਸਟੇਟਮੈਂਟਸ ਨੇ ਕੁਝ ਬੰਦਿਆਂ ਦੀਆਂ ਉੱਥੇ ਉਹ ਰਿਕਾਰਡਡ ਹੀ ਨਹੀਂ ਹੈ। ਜਿਹੜੇ ਰੈਲੇਵੈਂਟ ਡਾਕੂਮੈਂਟਸ ਨੇ ਉਹ ਰਿਕਾਰਡ ਜਿਹੜੀ ਕੋਰਟ ਨੇ ਬਾਰ-ਬਾਰ ਆਪਣੇ ਜਜਮੈਂਟ ਦੇ ਵਿੱਚ ਲਿਖਿਆ ਹੈ ਕਿ। ਔਰ ਮੈਂ ਇੱਕ ਗੱਲੋਂ ਹੋਰ ਹਮੇਸ਼ਾ ਹੈਰਾਨ ਹੋਇਆ ਸਿੱਧੂ ਸਾਹਿਬ, ਮੈਨੂੰ ਕਿਸੇ ਕੇਸ ਦੀ ਤੁਸੀਂ ਇਨਵੈਸਟੀਗੇਸ਼ਨ ਲਈ ਲਗਾ ਦਿੱਤਾ ਹੈ ਔਰ ਮੈਂ ਰੋਜ਼ ਟੀਵੀ ਚੈਨਲ ਨੂੰ ਉਹਦੇ ਉੱਤੇ ਆਪਣੇ ਭਾਸ਼ਣ ਦੇ ਰਿਹਾ, ਆਪਣੀ ਇਨਵੈਸਟੀਗੇਸ਼ਨ ਨੂੰ ਰਿਵੀਲ ਕਰ ਰਿਹਾ, ਜਾਂ ਮੈਂ ਇਨਵੈਸਟੀਗੇਸ਼ਨ ਇਸ ਪਾਸੇ ਚੱਲ ਰਿਹਾ, ਕਦੀ ਇਹ ਕੰਮ ਨਹੀਂ ਹੁੰਦਾ। ਇਨਵੈਸਟੀਗੇਟਰ ਨੇ ਦੋਨਾਂ ਪੱਖਾਂ ਤੋਂ ਲੈ ਕੇ ਇੰਪਾਰਸ਼ੀਅਲ ਹੋ ਕੇ ਜੋ ਉਹਨੇ ਪਾਇਆ ਉਹਨੇ ਆਪਣੀ ਰਿਪੋਰਟ ਜੱਜ ਸਾਹਿਬ ਨੂੰ ਪ੍ਰਦਾਨ ਕਰ ਦੇਣੀ ਹੈ। ਜੱਜ ਸਾਹਿਬ ਨੇ ਸੈਕਸ਼ਨ 8 ਆਫ ਸੈਕਸ਼ਨ 173 ਜੇ ਕੋਈ ਟ੍ਰਾਇਲ ਕੋਰਟ ਦਾ ਜੱਜ ਇਹ ਵੇਖਦਾ ਕਿ ਉਹਦੀ ਇਨਵੈਸਟੀਗੇਸ਼ਨ ਹਾਲੇ ਇਨਕਨਕਲੂਸਿਵ ਹੈ, ਜੋ ਉਹਦੀ ਇਨਵੈਸਟੀਗੇਸ਼ਨ ਕਿਸੇ ਪੱਖੋਂ ਠੀਕ ਨਹੀਂ ਹੈ, ਤੇ ਫਰਦਰ ਇਨਵੈਸਟੀਗੇਸ਼ਨ ਲਈ ਆਰਡਰ ਕਰ ਸਕਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸੇ ਕਰਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਇੰਟਰਫੇਅਰ ਕਰਨ ਤੋਂ ਪਹਿਲਾਂ 20 ਵਾਰੀ 173 ਨੂੰ ਐਪਰੀਸ਼ੀਏਟ ਕਰਦੇ ਨੇ। ਔਰ ਇਸ ਕੇਸ ਵਿੱਚ ਵੀ 173 ਬਾਰੇ ਕੋਰਟ ਨੇ ਬਾਰ-ਬਾਰ ਲਿਖਿਆ ਇਸ ਜਜਮੈਂਟ ਦੇ ਵਿੱਚ ਵੀ। ਲੇਕਿਨ ਕੋਰਟ ਦੀ ਮਜਬੂਰੀ ਇਹ ਹੈ ਕਿ ਜਿੱਥੇ ਸਰਕਾਰਾਂ ਇਸ ਤਰ੍ਹਾਂ ਜਾਂ ਤਾਂ ਡਿਕਟੇਟ ਕਰਵਾ ਰਹੀਆਂ ਇਨਵੈਸਟੀਗੇਸ਼ਨ, ਜਾਂ ਜਿੱਥੇ ਇਨਵੈਸਟੀਗੇਟਰ ਦੇ ਕੋਈ ਪੋਲੀਟੀਕਲ ਡਿਜ਼ਾਈਨ ਹੋ ਗਏ ਨੇ, ਜਾਂ ਜਿੱਥੇ ਇਨਵੈਸਟੀਗੇਟਰ ਕੁਝ ਬਾਇਸ ਸ਼ੋ ਕਰ ਰਿਹਾ ਜਿਹੜਾ ਇੰਨਾ ਪੇਟੈਂਟ ਹੋਵੇ, ਜਿਹੜਾ ਕੰਪਲੀਟ ਅਬਿਊਜ਼ ਆਫ ਦੀ ਲਾਫੁਲ ਪ੍ਰੋਸੈਸ ਕੋਰਟ ਨੂੰ ਲੱਗ ਰਿਹਾ, ਤਾਂ ਮੇਰਾ ਖਿਆਲ ਹੈ ਇਹ ਕਨਸਟੀਟਿਊਸ਼ਨਲ ਕੋਰਟ ਨੇ ਬਹੁਤ ਵੱਡਾ ਫੈਸਲਾ ਦਿੱਤਾ ਹੈ, ਜਿਹਦੇ ਵਿੱਚ ਕਨਸਟੀਟਿਊਸ਼ਨਲ ਕੋਰਟ ਨੇ ਵਿਦਨ ਦੀ ਪੈਰਾਮੀਟਰਸ ਅਵੇਲੇਬਲ ਟੂ ਅ ਕਨਸਟੀਟਿਊਸ਼ਨਲ ਕੋਰਟ ਉਸਨੇ ਸਿਰਫ ਐਂਡ ਆਫ ਦੀ ਡੇ ਇੰਨਾ ਹੀ ਕਿਹਾ ਕਿ ਇਹ ਇਨਵੈਸਟੀਗੇਸ਼ਨ ਨੂੰ ਮੈਂ ਰੱਦ ਕਰਦਾ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਐਫਆਈਆਰ ਖਤਮ ਹੋ ਗਏ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕ੍ਰਾਈਮ ਨੂੰ ਕੰਡੋਨ ਕਰ ਦਿੱਤਾ ਹੈ। ਕ੍ਰਾਈਮ ਨੈਵਰ ਡਾਈਜ਼, ਕ੍ਰਾਈਮ ਨੂੰ ਅਸੀਂ ਕੰਡੋਨ ਨਹੀਂ ਕੀਤਾ, ਸਿਰਫ ਇੱਕ ਐਸੇ ਹੋਰ ਸੀਨੀਅਰ ਆਫਸਰਸ ਦੀ ਬਣਾ ਦਿਓ ਜਿਹੜੇ ਨਿਰਪੱਖ ਹੋ ਕੇ ਵਿਦਨ 6 ਮੰਥਸ ਦਾ ਫੈਸਲਾ ਕਰਦੇ ਜੀ। ਥੈਂਕ ਯੂ ਵੈਰੀ ਮਚ ਸਵੈਜ ਜੀ। ਕੌਣ ਜੀ ਦਾ ਕਹਿਣਾ ਵੀ ਇਹਦੇ ਇਤਰਾਜ਼ ਕੀ ਹੈ ਕਿ ਨਵੀਂ ਸਰ ਜਿਹੜੀ ਵਿਦਨ 6 ਮੰਥ 6 ਮਹੀਨੇ ਦੇ ਅੰਦਰ ਜਿਹੜੀ ਉਹਦੀ ਰਿਪੋਰਟ ਆ ਜਾਂਦੀ ਹੈ, ਕਿਉਂਕਿ ਪਿਛਲਾ ਜਿਹੜੀ ਜਾਂਚ ਆਈ ਹੈ ਉਹਦੇ ਜਿੱਦਾਂ ਉਹਨਾਂ ਦਾ ਕਹਿਣਾ ਹੈ ਕਿ ਜਿਹਨੇ ਕੀਤੀ ਬਾਅਦ ਚੁਣਾ ਦਿੱਤੇ ਗਏ ਕਿ ਇੰਪੋਰਟੈਂਟ ਜਿਹੜੇ ਐਵੀਡੈਂਸ ਹੈ ਗਵਾਹੀਆਂ ਨਹੀਂ ਲਈਆਂ ਗਈਆਂ। ਜੇ ਸਰਕਾਰ ਹੀ ਡਿਕਟੇਟ ਕਰਨ ਲੱਗੇਗੀ ਤਾਂ ਕਿੱਦਾਂ ਜਾਂਚ ਨਿਰਪੱਖ ਹੋਏਗੀ? ਸਿੱਧੂ ਸਾਹਿਬ, ਮੈਂ ਤਾਂ ਮੋਟੀ ਜਿਹੀ ਗੱਲ ਕਰਾਂਗਾ, ਬਤੌਰ ਕਾਂਗਰਸ ਪਾਰਟੀ ਸਪੋਕਸਪਰਸਨ ਗੱਲ ਕਰਾਂਗਾ ਕਿ ਇਹ ਫੈਸਲਾ ਜਿਹੜਾ ਆਇਆ ਹੈ ਇਹਦੇ ਖਿਲਾਫ ਸਾਡੀ ਸਰਕਾਰ ਜਿਹੜੀ ਹੈਗੀ ਹੈ, ਅਸੀਂ ਪਾਰਟੀ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਕਰ ਵੀ ਰਹੇ ਹਾਂ ਕਿ ਇਹਦਾ ਜਿਹੜਾ ਹੈਗਾ ਅਪੀਲ ਕੀਤੀ ਜਾਵੇ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਜਾਵੇ ਇਹਦੀ, ਤੇ ਅਲਟੀਮੇਟਲੀ ਫੈਸਲਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਰਨਾ ਹੈਗਾ। ਤੇ ਕਿਉਂਕਿ ਉਹ ਗ੍ਰਹਿ ਮੰਤਰੀ ਉਹ ਖੁਦ ਨੇ, ਤੇ ਮੁੱਖ ਮੰਤਰੀ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਰੋਲ ਉਹਨਾਂ ਦੀ ਬਣਦਾ ਹੈਗਾ, ਕਿਉਂਕਿ ਸਾਡੇ ਜਿਹੜਾ 2017 ਦਾ ਜਿਹੜਾ ਚੋਣ ਮਨੋਰਥ ਪੱਤਰ ਸੀਗਾ, ਸਾਡਾ ਚੋਣ ਮੈਨੀਫੈਸਟੋ ਸੀਗਾ, ਇਲੈਕਸ਼ਨ ਮੈਨੀਫੈਸਟੋ ਸੀਗਾ, ਉਹਦੇ ਵਿੱਚ ਸਾਡਾ ਸਭ ਤੋਂ ਪਹਿਲਾ ਵਾਅਦਾ ਇਹ ਸੀਗਾ ਕਿ ਅਸੀਂ ਇਹਨਾਂ ਬੇਅਦਬੀਆਂ ਦੇ ਜਿਹੜੇ ਦੋਸ਼ੀ ਨੇ
ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਨਿਰਪੱਖ ਜਾਂਚ ਕਰਾਵਾਂਗੇ, ਕਿਉਂਕਿ ਪਹਿਲਾਂ ਲੋਕੀ ਜਿਹੜਾ ਜੋਰਾ ਸਿੰਘ ਜਸਟਿਸ ਕਮਿਸ਼ਨ ਦਾ ਰਿਪੋਰਟ ਆਈ ਸੀ ਉਹਦੇ ਨਾਲ ਕੋਈ ਗੱਲ ਨਹੀਂ ਸੀ ਬਣੀ, ਤੇ ਨਾ ਹੀ ਅਕਾਲੀਆਂ ਨੇ ਉਹਦੀ ਕੋਈ ਤਵੱਜੋ ਦਿੱਤੀ, ਉਹਦੀ ਕੋਈ ਰਿਪੋਰਟ ਲੈਣ ਵੀ ਨਹੀਂ ਸੀ ਆਇਆ। ਉਹ ਤਾਂ ਜਿਹੜਾ ਸੈਕਟਰੀਏਟ ਦੇ ਕੋਰੀਡੋਰ ਤੋਂ ਉਹ ਮਾਰਦੇ ਫਿਰਦਾ ਸੀਗਾ। ਤੇ ਅਸੀਂ ਜਸਟਿਸ ਰਜਨੀਸ਼ ਸਿੰਘ ਨੇ ਬਣਾਇਆ, ਉਹਨਾਂ ਦੀ ਰਿਪੋਰਟ ਆਈ, ਉਸ ਤੋਂ ਬਾਅਦ ਅਸੈਂਬਲੀ ਦੇ ਵਿੱਚ ਮਤਾ ਪਾਸ ਹੋਇਆ ਕਿ CBI ਤੋਂ ਕੇਸ ਨਾ ਦਿੱਤੇ ਜਾਣ, ਇਹਨਾਂ ਦੀ SIT ਬਣਾਈ ਅਸੀਂ। ਤੇ ਮਾਨਯੋਗ ਮੁੱਖ ਮੰਤਰੀ ਬਾਰ-ਬਾਰ ਇਸ ਗੱਲ ਤੇ ਕਹਿ ਰਹੇ ਤੇ, ਹਾਲਾਂਕਿ ਪਬਲਿਕ ਪ੍ਰੈਸ਼ਰ ਬਹੁਤ ਸੀਗਾ ਕਿ ਜਲਦੀ ਕੀਤਾ ਜਾਵੇ, ਬਾਦਲਾਂ ਨੂੰ ਪਕੜਿਆ ਜਾਵੇ, ਲੇਕਿਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਾਗ ਰੱਖਿਆ ਕਿ ਨਹੀਂ, ਮੈਂ ਕਿਸੇ ਕਿਸਮ ਦਾ ਪੋਲੀਟੀਕਲ ਪ੍ਰੈਸ਼ਰ ਕੋਈ ਨਹੀਂ ਪਾਉਣਾ, ਜਿਹੜੀ ਤਫਤੀਸ਼ ਹੈਗੀ ਹੈ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਮੈਂ SIT ਬਣਾਤੀ ਹੈਗੀ ਹੈ, ਜੋ SIT ਜੋ ਕਾਨੂੰਨ ਦੇ ਮੁਤਾਬਕ ਕਰਦੀ ਰਹੇਗੀ ਉਹ ਕਰੇਗੀ। ਲੇਕਿਨ ਬਾਵਜੂਦ ਸਾਰੀਆਂ ਤੁਹਾਨੂੰ ਲੱਗਦਾ ਕਿ ਇੰਡੀਪੈਂਡੈਂਟ ਆਜ਼ਾਦ ਰਿਪੋਰਟ ਆਈ ਹੈ? ਜੀ ਸਰ, ਇੱਕ ਮਿੰਟ, ਜਿਹੜਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਇਆ ਹੈਗਾ ਤੇ ਮੈਂ ਇਸ ਸਟੇਜ ਤੇ, ਕਿਉਂਕਿ ਹਜੇ ਫੈਸਲਾ ਆਪਰੇਟਿਵ ਹੈਗਾ, ਫੈਸਲਾ ਅਜੇ ਖੜਾ ਹੈਗਾ, ਜਦੋਂ ਤੱਕ ਸੁਪਰੀਮ ਕੋਰਟ ਨਹੀਂ ਤੋੜਦੀ, ਜ਼ਿਆਦਾ ਆਪਾਂ ਇਹਦੇ ਤੇ ਕਮੈਂਟ ਵੀ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਅਸੀਂ ਸਿਰਫ ਮਾਨਯੋਗ ਸੁਪਰੀਮ ਕੋਰਟ ਨੂੰ ਹੀ ਕਹਿ ਸਕਦੇ ਹਾਂ ਕਿ ਫੈਸਲਾ ਗਲਤ ਹੈ, ਕਾਨੂੰਨੀ ਤੌਰ ਤੇ ਗਲਤ ਹੈ, ਇਹਨੂੰ ਤੋੜਿਆ ਜਾਵੇ। ਜਦੋਂ ਅਗਰ ਫੈਸਲਾ ਟੁੱਟ ਜਾਂਦਾ, ਸਟੇ ਹੋ ਜਾਂਦਾ, ਤਾਂ ਸਾਡੀ ਚਲਾਨ ਬਾਕੀ ਹੋ ਚੁੱਕੀ ਹੈ, ਸਿਰਫ ਇੱਕ ਚਲਾਨ ਰਹਿੰਦਾ ਹੈ, ਤਫਤੀਸ਼ ਕੰਪਲੀਟ ਹੈ, ਬਾਕੀ ਚਲਾਨ ਕੋਰਟ ਦੇ ਵਿੱਚ ਹੋ ਚੁੱਕੇ ਹੈਗੇ ਆ, ਇੱਕ ਚਲਾਨ ਰਹਿੰਦਾ ਸਿਰਫ। ਤੇ ਅਸੀਂ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਵਾਂਗੇ, ਤਫਤੀਸ਼ ਕੰਪਲੀਟ ਹੋ ਗਈ ਹੈ, ਚਲਾਨ ਹੋ ਚੁੱਕੇ ਨੇ ਐਕਸੈਪਟ 1। ਤੇ ਇਸ ਕਰਕੇ ਇਸ ਸਟੇਜ ਤੇ ਜਿਹੜੀ ਸਾਰੀ ਤਫਤੀਸ਼ ਨੂੰ ਅਗਰ ਕੋਈ ਖਾਮੀ ਹੈ ਵੀ ਹੈ, ਅਗਰ ਥੋੜੀ ਬਹੁਤੀ ਖਾਮੀ ਹੈਗੀ ਹੈ, ਤਾਂ ਉਹਨਾਂ ਨੂੰ ਇਗਨੋਰ ਕਰਕੇ ਉਹ ਇਦਾਂ ਦੀਆਂ ਵੱਡੀਆਂ ਖਾਮੀਆਂ ਨਹੀਂ ਹੈਗੀਆਂ ਕਿ ਸਾਰੀ ਤਫਤੀਸ਼ ਨੂੰ ਧੋ ਦਿਓ। ਹੁਣ ਸਾਰੀ ਤਫਤੀਸ਼ ਕਿੰਨੀ ਦੇਰ ਬਾਅਦ ਧੋਤੀ ਗਈ ਹੈ। ਸਰ ਇਸ ਕੇਸ ਨਾਲ ਰਿਲੇਟਡ ਇੱਕ ਲੀਗਲ ਕੁਐਸਚਨ ਹੈਗਾ, ਜਿਹੜਾ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਆ, ਤੁਹਾਨੂੰ ਸੁਣ ਰਹੇ ਆ, ਉਹ ਜਾਣਨਾ ਚਾਹੁੰਦੇ ਹੋਣਗੇ ਕਿ ਕੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਸੁਪਰੀਮ ਕੋਰਟ 'ਚ ਚੁਣੌਤੀ ਦੇਗੀ, ਜਾਂ ਜਿਹੜੀ ਨਵੀਂ ਸਿੱਟ ਹੈ ਉਹਦੇ ਤੇ ਆਧਾਰਿਤ ਹੀ ਫੈਸਲੇ ਆਉਣਗੇ? ਦੇਖੋ, ਜਿੰਨਾ ਚਿਰ ਸਟੇ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਹਾਈ ਕੋਰਟ ਦਾ ਜਿਹੜਾ ਫੈਸਲਾ ਕੰਪਲਾਈ ਵਿਦ ਕਰਨਾ ਪੈਣਾ। ਅੱਜ ਕੈਬਨਿਟ ਮੀਟਿੰਗ ਸੀ ਕਿ ਮੇਰੇ ਕੋਲ ਅਜੇ ਇਨਫੋਰਮੇਸ਼ਨ ਨਹੀਂ ਆਈ ਹੈਗੀ ਕਿ ਫੈਸਲਾ ਕੀ ਹੋਇਆ, ਤੇ ਉਹਦਾ ਫੈਸਲਾ ਜਿਹੜਾ ਹੈਗਾ ਅੱਜ ਕੱਲ੍ਹ ਦੇ ਵਿੱਚ ਹੋ ਜਾਣਾ ਹੈ। ਜੋ ਵੀ ਫੈਸਲਾ ਸਰਕਾਰ ਨੇ ਕਰਨਾ ਹੈ ਉਹ ਆਪਾਂ ਨੂੰ ਕੱਲ੍ਹ ਪਤਾ ਲੱਗ ਜਾਏਗਾ। ਲੇਕਿਨ ਸਾਡੀ ਪਾਰਟੀ ਦਾ ਸਟੈਂਡ ਹੈਗਾ, ਸਾਡੇ ਵੱਲੋਂ ਸਟੈਂਡ ਹੈਗਾ ਕਿ ਸਾਨੂੰ ਫੈਸਲਾ ਜਿਹੜਾ ਹੈਗਾ SIT ਚਲ ਠੀਕ ਕੋਈ ਨਹੀਂ ਗੱਲ, ਜਿਹਦੇ ਚ ਸੁਪਰੀਮ ਕੋਰਟ ਸਟੇ ਨਹੀਂ ਕਰਦੀ ਹੈ, ਤੋੜਦੀ ਨਹੀਂ, SIT ਤਾਂ ਬਣਾਉਣੀ ਪੈਣੀ ਅਸੀਂ ਜਲਦੀ, ਜਿਹੜੀ ਹੈਗੀ ਆ ਉਹ ਬਣਾ ਕੇ SIT ਤਫਤੀਸ਼ ਕੰਪਲੀਟ ਹੋਵੇ ਜੋ ਹੈ ਮਾਨਯੋਗ ਹਾਈ ਕੋਰਟ ਦੇ ਫੈਸਲੇ ਮੁਤਾਬਕ। ਲੇਕਿਨ ਅਗਰ ਫੈਸਲਾ ਸਟੇ ਹੋ ਜਾਂਦਾ ਹੈ ਜਾਂ ਤੋੜ ਦਿੰਦੀ ਹੈ ਤਾਂ ਸੁਪਰੀਮ ਕੋਰਟ, ਤਾਂ ਜਿਹੜਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਹੋਈ ਹੈ, ਚਲਾਨ ਫਾਈਲ ਹੋਏ ਨੇ, ਤੇ ਅੱਗੇ ਤੁਰ ਪਏਗੀ, ਫਿਰ ਟ੍ਰਾਇਲ ਤੁਰ ਪਏਗੀ ਅੱਗੇ। ਜੀ ਸਰ, ਥੈਂਕ ਯੂ। ਕਲੇਸ਼ ਜੀ, ਮੈਂ ਆ ਰਿਹਾ ਤੁਹਾਡੇ ਵੱਲ। ਕਮਲਜੀਤ ਜੀ ਆਪਣੇ ਕਮੈਂਟਸ ਦੇਣਾ ਚਾਹੁੰਦੇ ਆ। ਕਮਲਜੀਤ ਜੀ ਪਲੀਜ਼। ਦੇਖੋ, ਮੈਂ ਇਹ ਗੱਲ ਸਵੈਟ ਸਾਹਿਬ ਦੇ ਮੂੰਹੋਂ ਛੋੜ ਕੇ ਕਿ ਅਗਰ ਇਸ ਕੋਈ ਖਾਮੀਆਂ ਨੇ ਤੇ ਉਹ ਇੰਨੀਆਂ ਵੱਡੀਆਂ ਨਹੀਂ ਹੈਗੀਆਂ। ਸਵੈਟ ਸਾਹਿਬ, ਸਾਰੀ ਰਿਪੋਰਟ ਹੀ ਪੋਲੀਟੀਕਲੀ ਮੋਟੀਵੇਟਡ ਨਜ਼ਰ ਆਈ ਹੈ ਕੋਰਟ, ਔਰ ਕੋਰਟ ਨੇ ਐਵੇਂ ਨਹੀਂ ਇਹਦਾ ਫੈਸਲਾ ਦਿੱਤਾ। ਰਿਪੋਰਟ ਸਾਰੀ ਇਨਵੈਸਟੀਗੇਸ਼ਨ, ਕਿਹੜਾ ਇਨਵੈਸਟੀਗੇਟਰ ਸਰ, ਵਿਦ ਆਲ ਡਿਊ ਰਿਸਪੈਕਟ, ਤੁਸੀਂ ਉਹ ਗੱਲ ਕਰ ਰਹੇ ਹੋ ਜੋ ਕੋਰਟ ਦੇ ਫੈਸਲੇ ਲਿਖਿਆ ਹੋਇਆ ਹੈ, ਉਹ ਤਾਂ ਸਾਨੂੰ ਪਤਾ ਹੈ, ਜੋ ਕੋਰਟ ਦੇ ਫੈਸਲੇ ਲਿਖਿਆ ਸਾਨੂੰ ਪਤਾ ਹੈ। ਲੇਕਿਨ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਇਹੀ ਤਾਂ ਅਪੀਲ ਕਰਨੀ ਹੈ ਕਿ ਜੋ ਮਾਨਯੋਗ ਹਾਈ ਕੋਰਟ ਦੇ ਕਨਕਲੂਜਨ ਨੇ, ਇਨਫਰੈਂਸਿਸ ਨੇ, ਉਹ ਗਲਤ ਨੇ। ਇਹ ਤਾਂ ਸਾਡਾ ਹੱਕ ਬਣਦਾ ਨਾ ਜੀ ਕਹਿਣ ਦਾ ਸੁਪਰੀਮ ਕੋਰਟ ਅੱਗੇ ਅਪੀਲ ਕਰਨ ਦੇ ਵਿੱਚ। ਅਗਰ ਮਾਨਯੋਗ ਸੁਪਰੀਮ ਕੋਰਟ ਨਹੀਂ ਮੰਨਦੀ ਗੱਲ ਸਾਡੀ ਗੱਲ ਨਹੀਂ ਮੰਨਦੀ, ਫੈਸਲਾ ਖੜਾ ਰਹਿੰਦਾ ਹੈ, ਵੀ ਆਰ ਬਾਉਂਡ ਟੂ ਕੰਪਲਾਈ। ਜ਼ਰੂਰ ਹੱਕ ਬਣਦਾ ਤੁਹਾਡਾ, ਹੱਕ ਬਣਦਾ ਹੈ। ਮੇਰੀ ਬੇਨਤੀ ਹੈ ਸਿੱਧੂ ਸਾਹਿਬ, ਸਵੈਤ ਸਾਹਿਬ ਜਦੋਂ ਖਾਮੀਆਂ ਦੀ ਗੱਲ ਕਰਦੇ ਨੇ ਔਰ ਕਿ ਸਾਡੀ ਇਨਵੈਸਟੀਗੇਸ਼ਨ ਕੁਝ ਖਾਮੀਆਂ ਹੋਣਗੀਆਂ, ਉਦੋਂ ਸਵੈਤ ਸਾਹਿਬ ਵੇਖਣ 460 CRPC ਦੇ ਸੈਕਸ਼ਨ ਨੂੰ, ਉੱਥੇ ਕਾਨੂੰਨ ਹੈ ਕਿ ਕਿਹੜੀਆਂ ਇਰੈਗੂਲਰਿਟੀਜ਼ ਨੇ ਜਿਹੜੀਆਂ ਇਗਨੋਰ ਹੋ ਸਕਦੀਆਂ ਨੇ, ਔਰ 461 ਦੇ ਵਿੱਚ ਕਿਹੜੀਆਂ ਇਰੈਗੂਲਰਿਟੀਜ਼ ਨੇ ਜਿਹੜੀਆਂ ਇਗਨੋਰ ਨਹੀਂ ਹੁੰਦੀਆਂ। ਜਦੋਂ ਇਹ ਦੋ ਸੈਕਸ਼ਨ ਸਵੈਤ ਸਾਹਿਬ ਪੜ੍ਹਨ ਤੇ ਉਹ ਸਵੈਤ ਸਾਹਿਬ ਨੂੰ ਦਾ ਆਨਸਰ ਮਿਲੇਗਾ ਕਿ ਜਿਹੜੀ ਰਿਪੋਰਟ ਪੇਸ਼ ਹੋਈ ਹੈ ਕੋਈ ਵੀ ਇਰੈਗੂਲਰਿਟੀ ਇਹੋ ਜਿਹੀ ਸੀ ਜਿਹੜੀ ਇੰਨੀ ਮਾਈਨਿਊਟ, ਇੰਨੀ ਮਾੜੀ ਜਿਹੀ ਸੀਗੀ ਜਿਹਨੂੰ ਕੋਰਟ ਇਗਨੋਰ ਸੀ। ਜਿੱਥੇ ਇੱਕ ਇਨਵੈਸਟੀਗੇਟਰ ਡੇ ਟੂ ਡੇ ਪਬਲਿਕ ਪਲੇਟਫਾਰਮ ਤੇ ਆ ਕੇ ਆਪਣੀ ਇਨਵੈਸਟੀਗੇਸ਼ਨ ਕਰ ਰਿਹਾ ਹੈ, ਜਿੱਥੇ ਬੇਸਿਕ ਮੁੱਦੇ, ਜਿੱਥੇ ਬੇਸਿਕਲੀ ਸਟੇਟਮੈਂਟ ਨਹੀਂ ਹੋਈਆਂ, ਔਰ ਇੱਕ ਜਗ੍ਹਾ ਤੇ ਕੋਰਟ ਨੂੰ ਮਜਬੂਰੀ ਤੇ ਲਿਖਣਾ ਪਿਆ। ਜਿਹੜੇ ਆਫੀਸਰ ਨੇ ਪਹਿਲਾਂ ਬਿਆਨ ਦਿੱਤੇ ਨੇ 192 FIR, ਉਹਨਾਂ ਨੇ ਆਪਣੇ ਹੁਣ ਬਿਆਨ ਬਦਲ ਕੇ 161 ਦੇ ਥੱਲੇ ਨਵੇਂ ਬਿਆਨ 129 FIR ਬਿਆਨ ਬਦਲ ਦਿੱਤੇ ਨੇ। ਆਫਟਰ ਆਲ ਉਹ ਪੁਲਿਸ ਅਫਸਰ ਕਿਸੇ ਪ੍ਰੈਸ਼ਰ, ਓਕੇ, ਥੈਂਕ ਯੂ ਸਰ, ਕਿਸੇ ਪੋਲੀਟੀਕਲ ਜੀ ਥੈਂਕ ਯੂ ਸਰ। ਕਲੇਸ਼ ਜੀ, ਤੁਸੀਂ ਆਪਣੇ ਕਮੈਂਟਸ ਦੇਣਾ ਚਾਹੁੰਦੇ ਸੀ, ਵੇਟ ਕਰ ਰਹੇ ਸੀ। ਕਲੇਸ਼ ਸਾਹਿਬ।
ਨਹੀਂ, ਮੈਂ ਤਾਂ ਜੀ ਸਵੈਤ ਸਾਹਿਬ ਬਹੁਤ ਸੀਨੀਅਰ ਨੇ, ਇਹ ਕਹਿ ਨਹੀਂ ਪਾਉਣਗੇ। ਮੈਂ ਇਹਨਾਂ ਨੂੰ ਬੇਸਿਕ ਜੀ ਗੱਲ ਦੱਸ ਦਿੰਦਾ ਜੀ ਕਿ ਸਿੱਧੂ ਸਾਹਿਬ ਇਹ ਜਾਣਦੇ ਨੇ ਕਿ ਸਿੱਟ ਦਾ ਮਤਲਬ ਹੁੰਦਾ ਸਪੈਸ਼ਲ ਇਨਵੈਸਟੀਗੇਟਿੰਗ ਟੀਮ। ਇਸ ਕੇਸ ਦੇ ਵਿੱਚ ਸਭ ਤੋਂ ਵੱਡਾ ਲਾਈਕੂਨਾ ਡਰਾਬੈਕ ਸੀ ਕਿ ਉਹਦੇ ਟੀਮ ਨਹੀਂ ਸੀਗੀ। ਹਾਈ ਕੋਰਟ ਨੇ ਬਾਰ-ਬਾਰ ਇਨਕੁਆਇਰੀ ਪੁੱਟ ਕੀਤੀ ਕਿ ਬਾਕੀ ਮੈਂਬਰ ਕਿੱਥੇ ਨੇ, ਬਾਕੀਆਂ ਨੇ ਸਾਈਨ ਕਿਉਂ ਨਹੀਂ ਕੀਤੇ। ਕੋਰਟ ਦੇ ਵਿੱਚ ਉਹ ਬਾਏ ਨੇਮ ਪਾਰਟੀ ਸੀ, ਉਹਨਾਂ ਨੇ ਆ ਕੇ ਰਿਪੋਰਟ ਡਿਫੈਂਡ ਨਹੀਂ ਕੀਤੀ। ਇਸ ਗੱਲ ਦਾ ਜਵਾਬ ਸਰਕਾਰ ਨੂੰ ਦੇਣਾ ਪਊ, ਕਿਉਂਕਿ ਸਰਕਾਰ ਭਲੀ ਭਾਂਤੀ ਜਾਣਦੀ ਸੀ ਕਿ ਬਾਕੀ ਮੈਂਬਰ ਇਹਦੇ ਨਾਲ ਨਹੀਂ ਸਹਿਮਤ ਹੈਗੇ। ਔਰ ਦੂਸਰੀ ਵੱਡੀ ਗੱਲ ਸਿੱਧੂ ਸਾਹਿਬ, ਮੈਂ ਇੱਕ ਗੱਲ ਪੁੱਛਦਾ ਹਾਂ ਕਿ ਇੱਕ ਸਿਆਸੀ ਜਾਂਚ ਤੁਸੀਂ ਕਰ ਰਹੇ ਹੋ, ਔਰ ਅੱਜ ਟੀਵੀ ਦੇ ਉੱਤੇ ਬਹਿ ਕੇ ਵੀ ਸਵੈਤ ਸਾਹਿਬ ਆਪ ਐਡਮਿਟ ਕਰਦੇ ਨੇ ਜੀ ਕਿਉਂਕਿ ਬਾਦਲਾਂ ਨੂੰ ਫੜਨਾ। ਇੱਥੋਂ ਦਿੱਲੀ ਜਿਹੜੀ ਬਿੱਲੀ ਹੈ ਨਾ, ਆਪੀ ਥੈਲਿਓਂ ਬਾਹਰ ਆ ਜਾਂਦੀ ਹੈ। ਇਹਨਾਂ ਨੇ ਇੱਕ ਅਜ਼ੰਪਸ਼ਨ ਬਣਾ ਰੱਖੀ ਹੈ ਕਿਉਂਕਿ ਚੋਣ ਬਾਅਦ ਹੈ 2017 ਦਾ, 2022 ਆ ਗਈ, ਬਾਦਲਾਂ ਨੂੰ ਫੜਨਾ, ਬਾਦਲਾਂ ਨੂੰ ਅਕਿਊਜ਼ ਕਰਨਾ, ਫਿਰ ਚਾਹੇ ਉਹਦੇ ਲਈ ਸਬੂਤ ਬਣਾਉਣੇ ਕਿਉਂ ਨਾ ਪੈ ਜਾਣ। ਔਰ ਆਹੀ ਗੱਲ ਕੋਰਟ ਨੇ ਵੀ ਕਹੀ ਹੈ ਕਿ ਵਿਟਨੈਸ ਕਲੀਅਰ ਜੀ ਉਹਨਾਂ ਨੇ ਮੈਨੂਫੈਕਚਰ ਕੀਤੀ ਜਾ ਰਹੀ ਹੈ, ਮੈਂ ਇਹ ਨਹੀਂ ਕਿਹਾ ਕਲੀਅਰ ਜੀ ਉਹਨਾਂ ਨੇ ਇਹ ਨਹੀਂ ਕਿਹਾ ਕੀਤੀ ਜਾ ਰਹੀ ਹੈ। ਨਾ ਔਰ ਜਿਹੜੇ ਉਹਨਾਂ ਦੇ ਅਦਰ ਰਾਉਂਡ ਕਹਿ ਰਿਹਾ ਸਰ ਔਰ ਹੁਣ ਮੇਰ ਸਾਹਿਬ ਦੇ ਬਿਆਨ ਉਹਨਾਂ ਦੇ ਡਿਫਰੈਂਸ ਮੇਰਾ ਜਵਾਬ ਲੈ ਲਓ ਜੀ। ਇਸ ਤਰੀਕੇ ਦੀ ਜਦੋਂ ਇਨਵੈਸਟੀਗੇਸ਼ਨ ਕਰੋਗੇ ਤਾਂ ਕੋਰਟ ਦੇ ਵਿੱਚ ਜਾ ਕੇ ਮੁੱਦੇ ਮੂੰਹ ਡਿੱਗੂਗੀ। ਔਰ ਮੈਂ ਦੂਸਰਾ ਵੱਡਾ ਸਵਾਲ ਕਰਦਾ ਹਾਂ, ਜਿਸ ਦਿਨ ਕੋਰਟ ਦੀ ਜਜਮੈਂਟ ਆ ਗਈ ਸੀ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ, ਕੋਰਟ ਨੇ ਜਿੱਦਣ ਪ੍ਰਨਾਉਂਸ ਕੀਤਾ ਉਦੋਂ ਹੀ ਦੱਸਤਾ ਸੀ, ਤਾਂ ਸਰਕਾਰ ਦੀ ਕੀ ਮਜਬੂਰੀ ਸੀ ਕਿ ਉਸ ਅਫਸਰ ਨੂੰ ਫਟਾਫਟ ਪ੍ਰੀ ਮੈਚੁਰ ਰਿਟਾਇਰਮੈਂਟ ਦੇ ਕੇ ਉਹਨੂੰ ਫਾਰਗ ਕਰਤਾ, ਉਹਦੇ ਬੈਨੀਫਿਟਸ ਦੇਣ ਦੀ ਗੱਲ ਹੋ ਗਈ। ਜਦ ਜੀ ਆਪਾਂ ਜਵਾਬ ਲੈ ਲਈਏ, ਥੈਂਕ ਯੂ। ਉਸ ਅਫਸਰ ਨੂੰ ਚਾਰਜ ਸ਼ੀਟ ਕਰਨਾ ਚਾਹੀਦਾ ਜਿਹਨੇ ਕਿ ਸਟੇਟ ਦਾ ਇੰਨਾ ਪੈਸਾ ਖਰਾਬ ਕਰਤਾ, ਇੱਕ ਐਡੇ ਸੰਵੇਦਨਸ਼ੀਲ ਮੁੱਦੇ ਦੀ ਜਾਂਚ ਨੂੰ ਇੱਕ ਬਿਲਕੁਲ ਹੀ ਵੱਖਰੀ ਦਿਸ਼ਾ ਦੇ ਵਿੱਚ ਲੈ ਗਿਆ, ਜਿਹੜੀ ਕਿ ਸਰਕਾਰ ਓਕੇ ਕਲੀਅਰ ਜੀ, ਬਿਲਕੁਲ ਤੁਹਾਡੀ ਗੱਲ ਆ ਗਈ ਸਰ, ਥੈਂਕ ਯੂ ਵੈਰੀ ਮਚ। ਕਿਉਂ ਜਾਣ ਦਿੱਤਾ ਇਹ ਵੀ ਦੱਸਣਾ ਪਊ ਸਰਕਾਰ ਨੂੰ। ਓਕੇ ਲੋ ਜੀ ਸਵੈ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰੋ। ਸ਼ਾਇਦ ਕਲੀਅਰ ਸਾਹਿਬ ਨੇ ਮੇਰੀ ਗੱਲ ਨਾ ਜਿਹੜੀ ਉਹ ਕਿਤੇ ਮਿਸ ਕਰ ਗਏ। ਮੈਂ ਇਹ ਨਹੀਂ ਕਿਹਾ ਕਿ ਸਾਡੀ ਸਰਕਾਰ ਬਾਦਲਾਂ ਨੂੰ ਫੜਨਾ ਚਾਹੁੰਦੀ ਸੀ, ਮੈਂ ਇਹ ਕਿਹਾ ਸੀਗਾ ਕਿ ਪਬਲਿਕ ਪ੍ਰੈਸ਼ਰ ਸੀਗਾ ਕਿ ਜਲਦੀ ਤੋਂ ਜਲਦੀ ਬਾਦਲਾਂ ਨੂੰ ਅੰਦਰ ਠੋਕੋ। ਸਾਰਾ ਪ੍ਰੈਸ਼ਰ ਚੱਲਿਆ, ਬਾਵਜੂਦ ਉਸ ਪ੍ਰੈਸ਼ਰ ਦੇ ਉਹਨਾਂ ਨੇ ਕਿਹਾ ਕਿ ਨਹੀਂ, ਮੇਰਾ ਕੰਮ ਸੀਗਾ SIT ਬਣਾਉਣਾ, ਤਫਤੀਸ਼ ਜਿਹੜੀ ਹੈਗੀ ਹੈ ਉਹ ਨਿਰਪੱਖਤਾ ਨਾਲ ਹੋਏਗੀ। ਜੋ ਪੁਲਿਸ ਅਫਸਰ ਜਿਹੜੇ ਹੈਗੇ ਨੇ, ਸੀਨੀਅਰ ਪੁਲਿਸ ਅਫਸਰ ਜਿਹੜਾ ਜਿਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੂਰੇ ਪੰਜਾਬ ਦੇ ਵਿੱਚ ਸਾਰੇ ਸਰਕਲ ਦੇ ਵਿੱਚ ਵਨ ਆਫ ਦੀ ਜਿਹੜਾ ਮੋਸਟ ਕੰਪੀਟੈਂਟ, ਇੰਡੀਪੈਂਡੈਂਟ ਤੇ ਇੰਪਾਰਸ਼ੀਅਲ ਜਿਹੜਾ ਹੈਗਾ ਆਫੀਸਰ ਮੰਨਿਆ ਜਾਂਦਾ, ਅੱਜ ਤੱਕ ਮੰਨਿਆ ਜਾਂਦਾ ਸੀਗਾ। ਲੇਕਿਨ ਹੁਣ ਜਿਹੜੇ ਹਾਈ ਕੋਰਟ ਦੇ ਕਮੈਂਟਸ ਜਿਹੜੇ ਆਏ ਨੇ ਉਹਦੇ ਨਾਲ ਐਵਰੀਬਾਡੀ ਸ਼ੌਕਡ, ਨਾਟ ਓਨਲੀ ਕਿ ਪੂਰਾ ਪੰਜਾਬ ਸਿੱਖ ਕਮਿਊਨਿਟੀ ਜਿੰਦੇ ਵੀ ਵਰਲਡ ਓਵਰ ਹੈਗੀ ਹੈ, ਕਿਉਂਕਿ ਇਹ ਜਿਹੜੇ ਬੇਅਦਬੀਆਂ ਦੇ ਜਿਹੜੇ ਮਸਲੇ ਨੇ ਇਹ ਬਹੁਤ ਵੱਡਾ ਇੱਕ ਸੈਂਟੀਮੈਂਟਲ ਇਸ਼ੂ ਨਹੀਂ ਹੈ ਇਕੱਲਾ ਇਹ, ਇਹਦੇ ਨਾਲ ਲਾਅ ਐਂਡ ਆਰਡਰ, ਇਹਦੇ ਨਾਲ ਪੋਲਿਟਿਕਸ ਜੋ ਸਟਾਰਟ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਡੇਰੇ ਦੀਆਂ ਵੋਟਾਂ ਲੈਣ ਵਾਸਤੇ ਕੀਤਾ, ਉਹ ਵੀ ਐਵਰੀਬਾਡੀ ਨੋਜ਼ ਕਿ ਕਿਵੇਂ ਉਹਨਾਂ ਨੇ ਪਹਿਲਾਂ ਉਹ ਸਵਾਂਗ ਰਚਿਆ, ਸਜ਼ਾ ਕੀਤੀ ਅਕਾਲ ਤਖਤ ਸਾਹਿਬ ਤੋਂ, ਉਹ ਮਾਫੀ ਦਵਾਈ, ਫਿਰ ਪ੍ਰੋਟੈਸਟ ਹੋਏ, ਪ੍ਰੋਟੈਸਟ ਦੇ ਵਿੱਚ ਗੋਲੀਆਂ ਚੱਲੀਆਂ। ਐਵਰੀਬਾਡੀ ਨੋਜ਼ ਕਿ ਈਵਨ ਤੁਹਾਡਾ ਜਿਹੜਾ ਕਮਿਸ਼ਨ ਸੀ ਜਸਟਿਸ ਜੋਰਾ ਸਿੰਘ ਕਮਿਸ਼ਨ, ਉਹਨੇ ਕਿਹਾ ਕਿ ਸਿੰਘਾਂ ਤੇ ਬੈਠਿਆਂ ਤੇ ਗੋਲੀਆਂ ਚਲਾਈਆਂ ਗਈਆਂ। ਫਿਰ ਫਾਲਸ ਐਵੀਡੈਂਸ, ਉਹ ਘਰੇ ਜਿਹੜੀ ਜੀਪ ਲੈ ਕੇ ਗਏ ਸੀ, ਜੀਪ ਤੇ ਗੋਲੀਆਂ ਚਲਾਈਆਂ ਗਈਆਂ, ਉਹ ਵਕੀਲ ਸਾਹਿਬ ਦੇ ਘਰੇ ਜਿਹੜਾ ਖੁਦ ਬਾਅਦ ਦੇ ਵਿੱਚ ਮੁਲਜ਼ਮ ਬਣਿਆ। ਸੋ ਐਡਾ ਵੱਡਾ ਜਿਹੜਾ ਐਵੀਡੈਂਸ ਹੈਗਾ, ਤਾਂ ਹੀ ਇਸੇ ਕਰਕੇ ਲੋਕ ਸਾਰੇ ਸ਼ੌਕ ਨੇ ਕਿ ਇਹ ਹੋ ਕੀ ਗਿਆ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਅਗਰ ਇਹ ਹੁੰਦਾ ਹੈ ਤਾਂ ਇਹਨਾਂ ਜਿਹੜੇ ਬੇਅਦਬੀ ਦੇ ਕੇਸਾਂ ਨੂੰ ਇਹ ਜੋ ਸਿੰਘ ਦੋ ਜਾਨ ਗਈਆਂ ਨੇ, ਇਹਨਾਂ ਤੇ ਸਾਰਿਆਂ ਤੇ ਜਿਹੜਾ ਹੈ ਪੋਚਾ ਫਿਰ ਜਾਏਗਾ, ਪਾਣੀ ਫਿਰ ਜਾਏਗਾ, ਸਜ਼ਾਵਾਂ ਨਹੀਂ ਹੋਣਗੀਆਂ। ਸਾਨੂੰ ਇਸ ਕਰਕੇ ਇਸ ਫੈਸਲੇ ਦੇ ਜਾਣਾ ਪੈਣਾ ਹੈ। ਜੀ ਬਾਕੀ ਫੈਸਲਾ ਜੀ ਕਲੀਅਰ ਸਾਹਿਬ। ਮੈਨੂੰ ਬੜਾ ਦੁੱਖ ਹੁੰਦਾ ਜੀ ਕਿ ਇੰਨੇ ਸੀਨੀਅਰ ਮੈਂਬਰ ਹੋ ਕੇ ਉਹ ਫੈਸਲੇ ਦੇ ਉੱਤੇ ਇਸ ਤਰੀਕੇ ਦੇ ਨਾਲ ਕਮੈਂਟ ਕਰ ਰਹੇ। ਮੈਂ ਇਹਨਾਂ ਨੂੰ ਪੁੱਛਦਾ ਹਾਂ ਕਿ ਜਿੱਦਣ ਇਸੇ ਹਾਈ ਕੋਰਟ ਨੇ CBI ਤੋਂ ਇਨਵੈਸਟੀਗੇਸ਼ਨ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਤਾਂ ਉਹ ਫੈਸਲਾ ਬੜਾ ਵਧੀਆ ਸੀ, ਉਹ ਉਦੋਂ ਕਿਉਂ ਨਹੀਂ ਬੋਲੇ ਕਿ ਕੋਰਟ ਨੇ ਸਹੀ ਫੈਸਲਾ ਨਹੀਂ ਕੀਤਾ। ਜਨਵਰੀ 2021 ਦੇ ਵਿੱਚ ਜਸਟਿਸ ਅਮੋਲ ਰਤਨ ਦੀ ਕੋਰਟ ਇਹਨਾਂ ਦੇ ਲਾਏ ਹੋਏ ਸਿੱਟ ਦੇ IG ਖੱਟਰਾ ਸਾਹਿਬ ਨੂੰ ਹਟਾ ਦਿੰਦੀ ਹੈ ਔਰ ਕੋਰਟ ਨੇ ਆਰਡਰ ਕਰ ਦਿੰਦੇ ਹੈ ਕਿ ਜਿਹੜੇ CBI ਨੇ ਇਨਵੈਸਟੀਗੇਸ਼ਨ ਕੀਤੀ ਹੈ, ਪੰਜਾਬ ਪੁਲਿਸ ਅਗਲੀ ਇਨਵੈਸਟੀਗੇਸ਼ਨ ਬੇਅਦਬੀ ਕੇਸਾਂ 'ਚ ਟੇਕਿੰਗ ਇਨਟੂ ਅਕਾਊਂਟ CBI ਦੀ ਇਨਵੈਸਟੀਗੇਸ਼ਨ ਕਰੂ। ਉਹਦੇ ਬਾਰੇ ਸਾਇਲੈਂਟ ਨੇ। ਬੇਅਦਬੀ ਜਿਹੜਾ ਮੇਨ ਮੁੱਦਾ ਹੈ ਉਹਨੂੰ ਕਾਂਗਰਸ ਪਾਰਟੀ ਡੀਲ ਨਹੀਂ ਕਰਨਾ ਚਾਹੁੰਦੀ, ਸਿਰਫ ਗੋਲੀ ਕਾਰ ਤੇ ਸਿਆਸਤ ਕਰਕੇ। ਥੈਂਕ ਯੂ ਕੇਸ ਜੀ, ਆਪਣੇ ਕੋਲ ਸਮਾਂ ਵੀ ਨਹੀਂ। ਥੈਂਕ ਯੂ ਵੈਰੀ ਮਚ। ਤੁਹਾਡੀ ਗੱਲ ਆ ਗਈ। ਪਹਿਲੇ ਦੋ ਫੈਸਲੇ ਨੇ ਜਿਹੜੇ ਇਸ ਫੈਸਲੇ ਦੇ ਵਿੱਚ ਇਗਨੋਰ ਹੋਏ ਨੇ, ਉਹ ਵੀ ਸਾਡਾ ਜਿਹੜਾ ਮੇਨ ਜਿਹੜਾ ਗਰਾਊਂਡ ਆਫ ਜਿਹੜਾ ਅਪੀਲ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਹੋਏਗਾ, ਉਹ
ਦੋ ਫੈਸਲਿਆਂ ਦੇ ਵਿੱਚ ਇਸੇ ਮਾਨਯੋਗ ਹਾਈ ਕੋਰਟ ਨੇ ਜਿਹੜੀ ਸੀਬੀਆਈ ਦੀ ਇਨਵੈਸਟੀਗੇਸ਼ਨ ਵਾਪਸ ਲਈ ਗਈ ਹੈ ਉਹਨੂੰ ਅਪਹੋਲਡ ਕੀਤਾ ਤੇ ਇਹ ਇਨਵੈਸਟੀਗੇਸ਼ਨ ਕੰਟੀਨਿਊ ਕਰਨ ਦੀ ਜਿਹੜੀ ਹੈਗੀ ਹੈ ਉਹ ਫੈਸਲਿਆਂ ਦਾ ਕਿੰਨਾ ਅਸਰ ਇਸ ਫੈਸਲੇ ਤੇ ਪੈਣਾ ਸੀਗਾ ਉਹ ਵੀ ਇੱਕ ਮੇਨ ਮੁੱਦਾ ਅਪੀਲ ਦਾ ਹੋਏਗਾ ਜੋ ਕਿ ਮਾਨਯੋਗ ਸੁਪਰੀਮ ਕੋਰਟ ਦੇਖੇਗੀ ਉਹਨੂੰ ਵਿਚਾਰ ਕਰੇਗੀ। ਸੋ ਸਾਡਾ ਇਸੇ ਤੇ ਕਹਿਣਾ ਤਾਂ ਇਹੀ ਹੈ ਨਾ ਜੀ ਕਿ ਸਾਡਾ ਕਾਨੂੰਨੀ ਹੱਕ ਹੈਗਾ ਅਪੀਲ ਪਾਉਣ ਦਾ ਕਿ ਫੈਸਲਾ ਗਲਤ ਹੈ ਕਹਿਣ ਦਾ, ਤੇ ਜੋ ਜੇ ਮਾਨਯੋਗ ਸੁਪਰੀਮ ਕੋਰਟ ਨਹੀਂ ਮੰਨੇਗੀ ਤਾਂ ਜੋ ਇਹ ਫੈਸਲਾ ਹੈਗਾ ਇਹਦੇ ਮੁਤਾਬਕ ਦੀ ਕਾਰਵਾਈ ਹੋਏਗੀ। ਓਕੇ, ਥੈਂਕ ਯੂ ਸਰ, ਥੈਂਕ ਯੂ। ਕਮਲਜੀਤ ਜੀ, ਇੱਕ ਅਹਿਮ ਸਵਾਲ ਮੈਂ ਲੈਣਾ ਚਾਹੁੰਦਾ ਹੈ। ਜਿਹੜਾ ਅਦਾਲਤੀ ਫੈਸਲਾ ਹੈ ਉਹਦੇ 'ਚ ਖਾਸ ਤੌਰ ਤੇ ਗੱਲ ਕਹੀ ਗਈ ਹੈ ਕਿ ਜਿਹੜੀ ਨਵੀਂ ਸਿੱਟ ਹੈ ਉਹ ਜਿਹੜੀ ਅਦਾਲਤ ਨੂੰ ਹੀ ਜਵਾਬਦੇਹ ਹੋਏਗੀ, ਕਿਸੇ ਤਰ੍ਹਾਂ ਆਪਣੇ ਪੋਲੀਟੀਕਲ ਬੌਸੇਜ ਨੂੰ, ਆਪਣੇ ਪ੍ਰਸ਼ਾਸਕੀ ਜਿਹੜੇ ਬੌਸੇਜ ਆ ਉਹਨਾਂ ਨੂੰ ਕਿਸੇ ਨੂੰ ਵੀ ਜਵਾਬਦੇਹੀ ਨਹੀਂ ਹੋਏਗੀ, ਤੇ ਨਾ ਹੀ ਮੀਡੀਆ ਦੇ ਅੰਦਰ ਜਾ ਕੇ ਕਿਸੇ ਤਰੀਕੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਬਿਆਨਬਾਜ਼ੀ ਕਰੇਗੀ। ਕੀ ਲੱਗਦਾ ਹੈ ਕਿ ਬਹੁਤ ਸਾਰੇ ਕੇਸ ਜਿਹੜੇ ਬੜੇ ਸੈਂਸਿਟਿਵ ਹੁੰਦੇ ਆ ਕਿ ਉਹ ਅਦਾਲਤੀ ਫੈਸਲੇ ਆਉਣ ਤੋਂ ਪਹਿਲਾਂ ਮੀਡੀਆ ਟ੍ਰਾਇਲ ਕਰ ਦਿੰਦਾ ਉਹਨਾਂ ਦੀ? ਤੁਸੀਂ ਕਮਲਜੀਤ ਜੀ, ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਹੈ। ਅੱਜ ਕੱਲ ਮੀਡੀਆ ਟ੍ਰਾਇਲ ਇੰਨੀ ਜ਼ਿਆਦਾ ਹੋ ਗਈ ਹੈ। ਪਹਿਲੀ ਗੱਲ ਤੇ ਮੈਂ ਇਸ ਕੇਸ ਦੇ ਬਾਰੇ ਜਵਾਬ ਦੇ ਦਿਆਂ ਕਿ ਇਸ ਕੇਸ ਦੇ ਵਿੱਚ ਨਾ ਤਾਂ ਕਿਸੇ ਦੀ ਜਿੱਤ ਹੋਈ ਹੈ ਨਾ ਕਿਸੇ ਦੀ ਹਾਰ ਹੋਈ ਹੈ। ਕੋਰਟ ਨੂੰ ਵੱਧ ਤੋਂ ਵੱਧ FIR ਮੈਂ ਰਿਪੀਟ ਕਰ ਰਿਹਾ, ਕੋਰਟ ਨੇ FIR ਕੁਆਸ਼ ਨਹੀਂ ਕੀਤੇ। ਜਿਹੜੀ ਪਹਿਲੀ ਪ੍ਰੇਅਰ ਸੀ ਪਟੀਸ਼ਨਰ ਦੀ, ਸਿਰਫ ਇੱਕ SIT ਦੀ ਜਿਹੜੀਆਂ ਫਾਈਂਡਿੰਗਸ ਆਈਆਂ ਕੋਰਟ ਨੇ ਉਹਨੂੰ ਕਿਹਾ ਕਿ ਇਹ ਠੀਕ ਨਹੀਂ ਹੈ, ਇਹਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਰਹਿ ਗਈਆਂ, ਦੁਬਾਰਾ SIT ਕਨਸਟੀਟਿਊਟ ਕਰਕੇ ਨਵੇਂ ਸਿਰੋਂ ਕੇਸ ਵਿਦਿਨ 6 ਮੰਥ ਦੁਬਾਰਾ ਇਨਵੈਸਟੀਗੇਟ ਕਰ। ਇਹਦੇ ਵਿੱਚ ਕੋਈ ਕਿਸੇ ਦੀ ਪੋਲੀਟੀਕਲੀ ਕੋਈ ਉੱਪਰ ਨਹੀਂ ਚਲਾ ਗਿਆ, ਕੋਈ ਪੋਲੀਟੀਕਲੀ ਥੱਲੇ ਨਹੀਂ ਆ ਗਿਆ। ਸੋ ਪਹਿਲਾਂ ਤਾਂ ਮੈਂ ਇਹ ਭਾਵਨਾ ਦੂਰ ਕਰ ਦਿਆਂ ਕਿ ਕੋਰਟ ਨੇ ਇੱਕ ਜਸਟਿਸ ਡਿਸਪੈਂਸ ਕੀਤਾ ਹੈ ਔਰ ਮੈਂ ਕਹਿੰਦਾ ਬੜੀ ਮੈਚੁਰਿਟੀ ਨਾਲ ਕੀਤਾ ਹੈ। ਦੂਜੀ ਗੱਲ, ਜਿੱਦ ਤੱਕ ਕਮਲਜੀਤ ਜੀ ਇੱਕ ਸਵਾਲ ਸਰ ਇੱਕ ਅਹਿਮ ਸਵਾਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਕਿਉਂਕਿ ਜਿੱਦਾਂ ਸਵੈਜੀਤ ਨੇ ਇਸ ਮੁੱਦੇ ਤੇ ਸਵਾਲ ਲਿਆਂਦੇ ਹੈ, ਕਿਤੇ ਦਰਸ਼ਕਾਂ ਦੇ ਮਨਾਂ 'ਚ ਵੀ ਇਹ ਗੱਲ ਆ ਸਕਦੀ ਹੈ ਕਿ ਜਿਹੜੀ ਸਿੱਟ ਹੈਗੀ ਉਹ ਨਵੀਂ ਜਾਂਚ ਹੋਏਗੀ, ਇਨਵੈਸਟੀਗੇਸ਼ਨ ਹੋਏਗੀ, ਤਾਂ ਜਦੋਂ FIR ਸਟੈਂਡ ਕਰਦੀਆਂ ਹੈ ਕਿ ਇਸ ਦੇ ਮੱਦੇਨਜ਼ਰ ਤੁਹਾਨੂੰ ਲੱਗਦਾ ਹੈ ਜਿਹੜੇ ਵੀ ਦੋਸ਼ੀ ਹੋਣਗੇ ਨਵੀਂ ਸਿੱਟ ਦੇ ਨਾਲ ਕੋਈ ਉਹਨਾਂ ਨੂੰ ਕੰਸੈਸ਼ਨ ਜਾਂ ਰਹਿਤ ਜਾਂ ਉਹਨਾਂ ਦੇ ਛੁੱਟਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ? ਨਹੀਂ, ਕੋਈ ਐਸੀ ਗੱਲ ਨਹੀਂ। ਦੋਸ਼ੀ ਪਾਏ ਜਾਣਗੇ? ਬਿਲਕੁਲ ਨਹੀਂ। ਜੋ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਜੁਡੀਸ਼ੀਅਲ ਕੋਰਟ ਜੋ ਉਹਨਾਂ ਦੇ ਕੇਸ ਐਵੀਡੈਂਸ ਹੈ ਜ਼ਰੂਰ ਸਜ਼ਾ ਮਿਲੇਗੀ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ। ਹੁਣ ਤੁਸੀਂ ਕੁਐਸਚਨ ਮੈਨੂੰ ਮੀਡੀਆ ਟ੍ਰਾਇਲ ਬਾਰੇ ਕੀਤਾ ਸੀ, ਮੈਂ ਖੁਦ ਇਹ ਬਾਰ-ਬਾਰ ਕਹਿ ਰਿਹਾ ਐਜ਼ ਇਨਵੈਸਟੀਗੇਟਰ ਮੇਰਾ ਕੋਈ ਰੋਲ ਨਹੀਂ ਕਿ ਮੈਂ ਰੋਜ਼ ਡੇ ਟੂ ਡੇ ਮੀਡੀਆ ਦੇ ਕੋਲ ਜਾ ਕੇ ਜਾਂ ਮੀਡੀਆ ਤੋਂ ਇਸ ਤਰ੍ਹਾਂ ਦਾ ਇਨਫਲੂਐਂਸ ਕਰਾਵਾਂ। ਉਹ ਇਨਫਲੂਐਂਸ ਭਾਵੇਂ ਜੁਡੀਸ਼ੀਅਲ ਕੋਰਟਸ ਤੇ ਹੋਵੇ, ਉਹ ਇਨਫਲੂਐਂਸ ਭਾਵੇਂ ਸਾਡੀ ਸੁਸਾਇਟੀ ਤੇ ਹੋਵੇ। ਮੀਡੀਆ ਟ੍ਰਾਇਲ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਨੂੰ ਗੈਗ ਕਰ ਦਿਓ, ਕੋਈ ਗੈਗ ਆਰਡਰ ਹੋ ਜਾਣਾ ਚਾਹੀਦਾ ਹੈ, ਪਰ ਮੀਡੀਆ ਟ੍ਰਾਇਲ ਹੈਜ਼ ਟੂ ਬੀ ਰਿਸਪੌਂਸਿਬਲ। ਮੀਡੀਆ ਟ੍ਰਾਇਲ ਕਦੀ ਵੀ ਨਹੀਂ ਹੋਣੀ ਚਾਹੀਦੀ। ਜੇ ਕੋਈ ਨਿਊਜ਼ ਵੀ ਲੱਗਣੀ ਹੈ ਉਹ ਨਿਊਜ਼ ਨੂੰ ਅਲਟੀਮੇਟਲੀ ਓਪਨ ਐਂਡਡ ਛੱਡਣਾ ਚਾਹੀਦਾ ਹੈ ਤਾਂ ਕਿ ਇਨਵੈਸਟੀਗੇਟਰ ਕੋਈ ਇਨਫਲੂਐਂਸ ਨਾ ਹੋਵੇ, ਤਾਂ ਕਿ ਕੋਰਟ ਕੋਈ ਇਨਫਲੂਐਂਸ ਨਾ ਹੋਵੇ। ਜੇ ਮੈਂ ਇੱਕ ਛੋਟਾ ਜਿਹਾ ਇੰਸੀਡੈਂਟ ਥੋੜੀ ਜਿਹੀ ਦੇਰ ਦਾ ਪਹਿਲਾਂ ਦੱਸਾਂ, ਸੁਸ਼ਾਂਤ ਰਾਜਪੂਤ ਦੀ ਸੁਸਾਈਡ ਦਾ ਕੇਸ ਸੀਗਾ। 90 ਦਿਨ ਕਿੰਨੀਆਂ ਚੈਨਲਸ ਨੇ 90 ਦਿਨ ਤੱਕ ਲੱਗੀਆਂ ਰਹੀਆਂ, ਕਦੀ ਕੋਈ ਉਹਦਾ ਪੱਖ ਖੇਡ, ਕਦੀ ਕੋਈ ਕਦੀ ਜੇ ਪੁਲਿਸ ਕਿਤੇ ਜਾ ਰਹੀ ਹੈ ਜਾਂ ਇਨਵੈਸਟੀਗੇਟਰ ਕਿਤੇ ਕੋਈ ਦੇਖਣ ਨੂੰ ਜਾ ਰਿਹਾ, ਕੋਈ ਵਕੂਆ ਦੇਖਣ ਨੂੰ ਜਾ ਰਹੇ ਨੇ, ਈਵਨ ਦੈਨ ਵੀ ਸਾਰਾ ਮੀਡੀਆ ਪਿੱਛੇ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਕੋਈ ਪੋਲੀਟੀਕਲ ਮਾਈਲੇਜ ਉਦੋਂ ਲੈਂਦੇ ਨੇ ਜਾਂ ਮੀਡੀਆ ਟ੍ਰਾਇਲ ਦਾ ਫਾਇਦਾ ਉਦੋਂ ਲੈਂਦੇ ਨੇ, ਇਹ ਕੋਰਟ ਨੂੰ ਜ਼ਰੂਰ ਬੰਦ ਕਰਨਾ ਚਾਹੀਦਾ ਸੀ। ਔਰ ਇੱਥੇ ਹਾਈ ਕੋਰਟ ਨੇ ਬਹੁਤ ਅੱਛਾ ਕੀਤਾ ਹੈ। ਹਾਈ ਕੋਰਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੋਲ ਨਹੀਂ ਜਾਓਗੇ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ ਜੀ। ਕਮੈਂਟਸ ਪਰ ਸੰਖੇਪ ਦੇ ਵਿੱਚ ਕਮਲਜੀਤ ਜੀ ਨੇ ਕਿਹਾ ਜਦੋਂ FIR ਸਟੈਂਡ ਕਰਦੀਆਂ, ਜੇ ਨਵੀਂ ਜਾਂਚ ਜਿਹੜੀ ਆਉਂਦੀ ਆ ਸਾਹਮਣੇ ਤਾਂ ਉਹਦੇ ਨਾਲ ਦੋਸ਼ੀਆਂ ਨੂੰ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾਵਾਂ ਮਿਲਣ ਦੀਆਂ ਸੰਭਾਵਨਾਵਾਂ ਖਤਮ ਨਹੀਂ ਹੋ ਜਾਂਦੀਆਂ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਜੇ ਸਹੀ ਢੰਗ ਦੇ ਨਾਲ ਜਾਂਚ ਸਾਹਮਣੇ ਆਏਗੀ। ਦੇਖੋ, ਜੇ ਤਾਂ ਆਪਾਂ ਜਨਰਲ ਜੀ ਮੋਟੀ ਜੀ ਗੱਲ ਕਰੀਏ ਫਿਰ ਤਾਂ ਗੱਲ ਠੀਕ ਲੱਗਦੀ ਹੈਗੀ ਹੈ, ਲੇਕਿਨ ਜੇ ਅਸੀਂ ਮਾਨਯੋਗ ਹਾਈ ਕੋਰਟ ਦਾ ਫੈਸਲਾ ਬਰੀਕੀ ਨਾਲ ਪੜ੍ਹੀਏ, ਜਿਹੜਾ ਐਵੀਡੈਂਸ ਜਿਹੜਾ ਮਟੀਰੀਅਲ ਤੇ ਉਹਨਾਂ ਨੇ ਕਮੈਂਟ ਕੀਤਾ ਹੈ ਨਵੀਂ SIT ਦੇ ਵਿੱਚ ਵੀ ਉਹ ਵੀ ਉਹੀ ਐਵੀਡੈਂਸ ਹੋਣਾ ਹੈ। ਮੇਜਰ ਪਾਰਟ ਤਾਂ ਉਹੀ ਹੋਣਾ ਨਾ ਜੀ, ਮਟੀਰੀਅਲ ਐਵੀਡੈਂਸ ਉਹੀ ਹੋਣਾ ਨਾ ਜੀ। ਜਿਵੇਂ ਉੱਥੇ ਜਿਹੜੇ ਇਵੈਂਟਸ ਹੋਏ, ਕਿਵੇਂ ਉਹ ਗੋਲੀ ਚੱਲੀ, ਕਿਵੇਂ ਆਰਡਰ ਹੋਏ SDM ਦਾ, ਕਿਵੇਂ ਨਹੀਂ ਹੋਏ, ਹਾਲਾਂਕਿ ਉਹ ਸਾਰੀਆਂ ਗੱਲਾਂ ਤੇ ਕਮੈਂਟਸ ਇਸ ਤਰ੍ਹਾਂ ਦੇ ਆਏ ਹੋਏ ਨੇ, ਫਾਈਂਡਿੰਗਸ ਇਸ ਤਰ੍ਹਾਂ ਦੇ ਆਏ ਹੋਏ ਨੇ, ਉਹ ਜਿਹੜੇ ਨਿਸ਼ਕਰਸ਼ ਜਿਹਨੂੰ ਕਹਿੰਦੇ ਆਪਾਂ ਇਨਫਰੈਂਸਿਸ ਕਨਕਲੂਜਨ ਇੱਦਾਂ ਦੇ ਕੱਢੇ ਹੋਏ ਨੇ ਕਿ ਉਹ ਆਫੈਂਸ ਨੂੰ, ਉਹ ਜੁਰਮ ਨੂੰ ਧੋ ਦਿੰਦੇ ਨੇ, ਧੋਤ ਖਤਮ ਕਰ ਦਿੰਦੇ ਨੇ ਉਹ।
ਕੋਈ ਵੀ ਨਵੀਂ ਐਸਆਈਟੀ ਕੋਈ ਵੀ ਕੋਰਟ ਅਗਰ ਇਹ ਫੈਸਲਾ ਖੜਾ ਰਹਿੰਦਾ ਹੈ, ਉਹਨਾਂ ਕਮੈਂਟਸ ਤੋਂ ਬਾਹਰ ਕਿਸੇ ਦੀ ਹਿੰਮਤ ਥੱਲੇ ਕੋਰਟ ਦੀ ਨਹੀਂ ਹੁੰਦੀ। ਖਸਾ ਇਸ ਗੱਲ ਦਾ ਹੈਗਾ, ਥੈਂਕ ਯੂ। ਨਹੀਂ ਚਾਹਤ ਹੋਣਗੇ ਕਮੀ ਸਜ਼ਾ ਹੋਣ ਦੇ ਕਿਸੇ ਨੂੰ, ਅਗਰ ਇਹ ਫੈਸਲਾ ਖੜਾ ਰਹਿੰਦਾ। ਥੈਂਕ ਯੂ ਸਰ, ਥੈਂਕ ਯੂ वेरी मच। क्लियर जी, लास्ट कमेंट इस जो स्वैज जी ने किया है कि अगर जो कुछ आ गया जी यही स्टैंड करता है तो अगे दोषियों को सजावां मिलण दे कोई चांस ਜਾਂ ਜਾਂਚ ਦੀ ਕਿਸੇ ਦੀ ਹਿੰਮਤ ਨਹੀਂ ਪਏਗੀ ਕਿ ਕਿਸੇ ਦੇ ਉਂਗਲ ਚੁੱਕੀ ਜਾ ਸਕੇ। ਸਿੱਧੂ ਸਾਹਿਬ ਸੰਖੇਪ ਦੇਖੋ, ਚ clear ਜਿਸ ਤਰ੍ਹਾਂ ਦੇ ਸਟ੍ਰਿਕਚਰਸ ਹਾਈ ਕੋਰਟ ਨੇ ਉਸ ਆਫੀਸਰ ਦੇ ਖਿਲਾਫ ਪਾਸ ਕੀਤੇ ਨੇ ਔਰ ਇਹ ਤੱਕ ਆਇਆ ਗਿਆ ਕਿ ਇੱਕ ਸਿਆਸੀ ਜਾਂਚ ਸੀ ਔਰ ਉਹਨੇ ਐਫੀਡੇਵਿਟ ਦਿੱਤਾ ਹੈ। ਸਵੈਤ ਸਾਹਿਬ ਨਾ ਕਈ ਗੱਲਾਂ ਨੂੰ ਇਗਨੋਰ ਕਰ ਰਹੇ ਨੇ, ਉਹਨੇ ਐਫੀਡੇਵਿਟ ਵੀ ਇੱਕ ਫਾਈਲ ਕੀਤਾ ਕਿ ਆਈ ਵਾਸ ਵਰਕਿੰਗ ਔਨ ਦਾ ਡਾਇਰੈਕਸ਼ਨਸ ਆਫ ਦਾ ਗਵਰਨਮੈਂਟ, ਇਹ ਉਹਦਾ ਐਫੀਡੇਵਿਟ ਕਹਿੰਦਾ। ਸੋ ਕਿਤੇ ਨਾ ਕਿਤੇ ਇਹ ਜਿਹੜੇ ਸਟ੍ਰਿਕਚਰਸ ਨੇ ਬੜੇ ਸੀਰੀਅਸ ਨੇ। ਅੱਜ ਸਰਕਾਰ ਕੋਲੇ ਸਿਰਫ 3 ਆਪਸ਼ਨਸ ਹੈ, ਜਾਂ ਤਾਂ ਸੁਪਰੀਮ ਕੋਰਟ ਚਲੇ ਜਾਣ, ਜਾਂ ਉਹਨੂੰ ਚਾਰਜ ਸ਼ੀਟ ਕਰਕੇ ਉਹਦੇ ਖਿਲਾਫ ਪ੍ਰੋਸੀਡਿੰਗ ਚਲਾਉਣ, ਕਿਉਂਕਿ ਹਾਈ ਕੋਰਟ ਦੇ ਸਟ੍ਰਿਕਚਰਸ ਐਸੇ ਹੈ। ਨਹੀਂ, ਜਿਸ ਤਰ੍ਹਾਂ ਦੇ ਸਟ੍ਰਿਕਚਰਸ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰੀ ਹਾਈ ਕੋਰਟ ਨੇ ਦਿੱਤੇ ਨੇ, ਸੀਐਮ ਦੀ ਮੋਰਲ ਰਿਸਪੌਂਸਿਬਿਲਿਟੀ ਹੈ ਕਿ ਹੀ ਸ਼ੁੱਡ ਰਿਜ਼ਾਈਨ। ਅਗਰ ਇਹ ਉਸ ਜਜਮੈਂਟ ਨੂੰ ਨਹੀਂ ਚੈਲੰਜ ਕਰਦੇ ਤਾਂ ਸੀਐਮ ਨੂੰ ਰਿਜ਼ਾਈਨ ਕਰਨਾ ਚਾਹੀਦਾ। ਔਰ ਮੈਂ ਇੱਕ ਗੱਲ ਸਿੱਧੂ, ਥੈਂਕ ਯੂ ਵੈਰੀ ਮਚ, ਥੈਂਕ ਯੂ ਕਲੀਅਰ ਜੀ, ਥੈਂਕ ਯੂ। ਛੋਟੀ ਜੀ ਗੱਲ ਹੈ, ਜਿਸ ਆਫੀਸਰ ਦੀ ਇੰਨੀ ਪਿੱਠ ਥਪਥਪਾਉਂਦੇ ਨੇ ਉਹਨੂੰ ਪਹਿਲਾਂ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਤਿਹਾਸ ਹੈ ਕਿ ਕਿਸੇ ਆਈਪੀਐਸ ਆਫੀਸਰ ਨੂੰ ਹਿਊਮਨ ਰਾਈਟ ਵਾਇਓਲੇਸ਼ਨ ਦੇ ਵਿੱਚ ਕਾਸਟ ਪਈ ਹੋਵੇ। ਔਰ ਇਹ ਕੁਵਰ ਵਿਜੇ ਚਲੋ ਆਪਾਂ ਜੀ ਇਲੈਕਸ਼ਨ ਕਮਿਸ਼ਨ ਨੇ ਇਹਦੇ ਖਿਲਾਫ ਸਟ੍ਰਿਕਚਰ ਪਾਸ ਕੀਤੇ ਨੇ। ਇਹ ਓਕੇ, ਤੁਹਾਡੀ ਇਸ ਮੁੱਦੇ ਤੇ ਗੱਲ ਆ ਗਈ ਸੀ ਜੀ। ਸੈਂਡ ਕਿਉਂ ਕਰ ਰਹੀ ਹੈ, ਦੱਸਣ ਤਾਂ ਸਹੀ ਨਾ। ਥੈਂਕ ਯੂ ਕਲੀਅਰ ਜੀ, ਕਿਉਂਕਿ ਥੈਂਕ ਯੂ ਕਲੀਅਰ ਜੀ, ਥੈਂਕ ਯੂ ਵੈਰੀ ਮਚ ਕਲੀਅਰ ਜੀ, ਥੈਂਕ ਯੂ ਕਲੀਅਰ ਸਾਹਿਬ, ਥੈਂਕ ਯੂ। ਸਰ ਜੀ, ਮੈਂ ਜ਼ਰੂਰੀ ਹੈ ਤੁਹਾਡੇ ਤੋਂ ਕਮੈਂਟਸ ਲੈਣਾ, ਕਿਉਂਕਿ ਕਲੀਅਰ ਜੀ ਨੇ ਕਿਹਾ ਜੋ ਪ੍ਰਸਥਿਤੀ ਬਣੀ ਹੈ ਉਹਦੇ ਲਈ ਇੱਕ ਰਾਏ ਇਹ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਸਤੀਫਾ ਦੇਣ। ਲਾਸਟ ਕਮੈਂਟ ਇਸ ਮੁੱਦੇ ਤੇ ਤੁਹਾਡੇ ਸਵੈਜ ਜੀ। ਦੇਖੋ ਜੀ, ਅਕਾਲੀ ਦਲ ਤਾਂ ਇਹੀ ਕਹੇਗਾ ਨਾ ਜੀ ਕਿ ਕੈਪਟਨ ਸਾਹਿਬ ਅਸਤੀਫਾ ਦੇ ਦੇਣ, ਲੇਕਿਨ ਇਹ ਗੱਲ ਕਹਿ ਕੇ ਇਹ ਆਪਦੇ ਜਿਹੜੇ ਜ਼ੁਲਮ ਕੀਤੇ ਨੇ ਇਹਨਾਂ ਨੇ, ਐਡਾ ਵੱਡਾ ਜਿਹੜਾ ਕਾਰਾ ਕਰਵਾਇਆ ਸਿਰਫ ਵੋਟਾਂ ਪਿੱਛੇ, ਉਹਦੇ ਨਾਲ ਇਹ ਨਹੀਂ ਧੋਤੇ ਜਾਂਦੇ ਹੈਗੇ। ਲੋਕਾਂ ਦੇ ਮਨਾਂ 'ਚ ਜੋ ਗੱਲ ਆ ਗਈ ਨਾ ਕਿ ਇਹ ਦੇਖੋ ਸਿੱਧੂ ਸਾਹਿਬ, ਸੌਰੀ ਮੈਂ ਟੋਕਦਾ ਨਹੀਂ ਹੁੰਦਾ, ਬੇਅਦਬੀ ਦੀ ਤਾਂ ਜਾਂਚ ਹੀ ਨਹੀਂ ਕਰਦੇ, ਬਿਲਕੁਲ ਸਪਸ਼ਟ ਹੈ। ਜਾਂਚ ਹੀ ਨਹੀਂ ਕਰਦੇ, ਜਾਂਚ ਤਾਂ ਠੰਡੇ ਬਸਤੇ ਪਈ ਹੈ। ਕਿਹਨੇ ਕਰਾਈ ਉੱਥੇ ਡੇਰੇ ਵਾਲੇ, ਕਿਹਨੇ ਬਚਾਇਆ ਡੇਰੇ ਵਾਲਿਆਂ ਨੂੰ, ਮਾਫ ਕਿਹਨੇ ਕਰਾਇਆ, ਗੋਲੀकांड ਦੀ ਓਕੇ ਓਕੇ, ਥੈਂਕ ਯੂ ਬੇਅਦਬੀ ਦੇ ਕੇਸ ਜੀ ਠੰਡੇ ਬਸਤੇ ਦੇ ਵਿੱਚ ਪਏ ਨੇ, ਤੁਸੀਂ ਉਹਨਾਂ ਨੂੰ ਜੀ ਕਲੀਅਰ ਜੀ। ਸਵੈਜ ਜੀ, ਇਸ ਮੁੱਦੇ ਤੇ ਬਹੁਤ ਲੰਮੀ ਬਹਿਸ ਹੋ ਸਕਦੀ ਹੈ, ਬਹੁਤ ਮਿਹਰਬਾਨੀ। ਇਸ ਮੁੱਦੇ ਤੇ ਆਉਣ ਲਈ ਮੈਂ ਕਮਲਜੀਤ ਜੀ, ਸਵੈਜ ਸਾਹਿਬ, ਕਲੀਅਰ ਜੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨਾਲ ਜਿਹੜੀਆਂ ਜੁੜੀਆਂ ਮੰਦਭਾਗੀਆਂ ਘਟਨਾਵਾਂ ਹੈ, ਉਹਨਾਂ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਅਦਾਲਤੀ ਫੈਸਲਾ ਪਿਛਲੇ ਦਿਨਾਂ 'ਚ ਆਇਆ, ਉਹਦੇ ਨਾਲ ਸੁਭਾਵਿਕ ਹੈ ਕਿ ਬਹੁਤ ਵੱਡੇ ਸਵਾਲ ਨਵੇਂ ਜਾਂਚ ਨੂੰ ਲੈ ਕੇ ਉੱਠ ਰਹੇ ਹੈ। ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਤਿੰਨੇ ਸਾਡੇ ਜਿਹੜੇ ਸੀਨੀਅਰ ਐਡਵੋਕੇਟ ਮਹਿਮਾਨ ਹੈ, ਉਹਨਾਂ ਦੀ ਇੱਕ ਰਾਏ ਦੇ ਉੱਤੇ ਤਾਂ ਸਹਿਮਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜਿਹੜੇ ਜੁੜੇ ਦੋਸ਼ੀ ਹੈ ਉਹ ਸਜ਼ਾਵਾਂ ਤਾਂ ਮਿਲਣੀਆਂ ਚਾਹੀਦੀਆਂ, ਕਿਉਂਕਿ ਜਿੱਦਾਂ ਆਪਾਂ ਅਕਸਰ ਕਹਿੰਦੇ ਹਾਂ ਕਿ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ 'ਚ ਇੱਕੋ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀ ਕਟਹਿਰੇ 'ਚ ਖੜੇ ਹੋਣੇ ਚਾਹੀਦੇ ਹੈ ਤੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਤਿੰਨੇ ਸੀਨੀਅਰ ਮਹਿਮਾਨਾਂ ਐਡਵੋਕੇਟ ਸਾਹਿਬਾਨ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।